सिख के करो कमाइयां 2020 CDL ड्राइविंग स्कूल फ्रेडरिक्सबर्ग वर्जीनिया विखे जिथे CDL क्लास A, B ते P दी ट्रेनिंग कार्स बसिस बॉक्स ट्रक कमर्शियल ट्रैक्टर ट्रेलर भी चलाने सिखाए जाते हैं। इथे ना सिर्फ पंजाबी हिंदी अंग्रेजी उर्दू ते स्पेनिश विच गलबात करन दी सहूलत है सगों रहाइश दा भी प्रबंध है। अज ही संपर्क करो सनी नूं 540 656 0985 ते। जी हाँ, अकाल ट्रक एंड ट्रेलर सेंटर विनीपेग कैनेडा जेडे हर तरह दी मेजर ते माइनर ट्रक एंड ट्रेलर रिपेयर करते हैं, DOT सेफ्टी इंस्पेक्शंस करते हैं। ये हर तरह दी ब्रेका दे काम तो लेके सस्पेंशन टायर इंस्टॉलेशन इलेक्ट्रिक एंड डायग्नोज रीबिल्ड ट्रांसमिशन डिफरेंशियल ते क्लच जॉब्स ऑयल चेंज हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन दी सर्विसेज लई ते वधेरे जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਬਾਈਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज बाई वीकली ते चंगी तनख्वाह दिंदे आ और हाँ सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਤੇ ਜਿਹੜੇ ਟਰੱਕਰ ਵੀ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਲੋਕਲ ਏਰੀਆ ਦੇ ਵਿੱਚ ਜੌਬ ਕਰਨਾ ਚਾਹੁੰਦੇ, ਤਾਂ ਸ਼ਟਲ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 206 3544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਇਹ ਤੁਹਾਨੂੰ ਅੱਛੀ ਪੈਕੇਜ ਦਿੰਦੇ ਆ ਜੀ, ਅੱਛੀ ਇਨਕਮ ਹੈ, ਪਰਿਵਾਰ ਨਾਲ ਵੱਧ ਸਮਾਂ ਬਤੀਤ ਕਰੋ। ਤੇ ਇਸ ਤੋਂ ਇਲਾਵਾ ਆਪਾਂ ਹੁਣ ਇਲੈਕਸ਼ਨ ਦਾ ਦੌਰ ਹੈ ਜੀ, ਲਗਾਤਾਰ ਤੁਹਾਡੇ ਨਾਲ ਇਲੈਕਸ਼ਨਾਂ ਦੇ ਉੱਤੇ ਸਮੀਖਿਆ ਜਾਰੀ ਰਹੇਗੀ। ਬਾਕੀ ਚਰਚਾਵਾਂ ਫੇਰ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਦਿੱਲੀ ਫਿਰ ਦਹਿਲਗੀ, ਇੱਕ 20 ਸਾਲਾ ਲੜਕੀ ਦੇ ਨਾਲ ਦਰਿੰਦਗੀ ਦੀ ਖਬਰ ਸਾਹਮਣੇ ਆ ਰਹੀ ਹੈ, ਕੀ ਹੈ ਸਾਰਾ ਮਾਮਲਾ? ਦੇਖੋ ਜੀ ਬਹੁਤ ਹੀ ਜਿਹੜੀ ਆਪਾਂ ਕਹਿ ਦਈਏ ਦਿਲ ਨੂੰ ਹਿਲਾਉਣ ਵਾਲੀ ਇਹ ਘਟਨਾ ਹੈ ਜੀ। ਜਦੋਂ ਅਸੀਂ ਇਸ ਘਟਨਾ ਦਾ ਜ਼ਿਕਰ ਕਰਦੇ ਹਾਂ ਤੇ ਨਾਲ ਦੀ ਨਾਲ ਹੀ ਮੇਰੇ ਉਹ ਸਮਾਂ ਯਾਦ ਆ ਜਾਂਦਾ ਹੈ ਜਦੋਂ ਇੱਕ ਲੜਕੀ ਆਪਣੇ ਦੋਸਤ ਦੇ ਨਾਲ ਜਿਹੜੀ ਦੇਹਰਾਦੂਨ 'ਚ ਪੜ੍ਹਦੀ ਸੀ ਜੀ, ਮੈਡੀਕਲ ਦੀ ਸਟੂਡੈਂਟ ਸੀ, ਉਹ ਜਾ ਰਹੀ ਸੀ ਤੇ ਇਨ ਦੀ ਮੀਨ ਟਾਈਮ ਇੱਕ ਬੱਸ ਆਈ ਤੇ ਬੱਸ ਵਾਲਿਆਂ ਨੇ ਕਿਹਾ ਕਿਹੜੇ ਪਾਸੇ ਨੂੰ ਜਾਣਾ ਹੈ। ਉਹਨਾਂ ਨੇ ਆਪਣੀ ਮੰਜ਼ਿਲ ਦਾ ਜਦੋਂ ਨਾਂ ਦੱਸਿਆ, ਆਜੋ ਕਹਿੰਦੇ ਆਹੀ ਬੱਸ ਜਾਊਗੀ, ਤੇ ਉਸ ਕੁੜੀ ਨੂੰ ਫਿਰ ਉਹਦੇ ਮਿੱਤਰ ਦੀ ਹਾਜ਼ਰੀ ਦੇ ਵਿੱਚ
ਜਿਸ ਤਰ੍ਹਾਂ ਉਹਦੀ ਇੱਜ਼ਤ ਨਾਲ ਖਿਲਵਾੜ ਕੀਤਾ ਜੀ, ਸੱਟਾਂ ਮਾਰੀਆਂ ਗਈਆਂ, ਉਹਦੇ ਜਿਸਮ ਦੇ ਵਿੱਚ ਪ੍ਰਾਈਵੇਟ ਪਾਰਟਸ ਦੇ ਵਿੱਚ ਜਿਹੜੇ ਹੈਗੇ ਰੌਡਸ ਵਗੈਰਾ ਦਿੱਤੀਆਂ ਗਈਆਂ, ਉਹਦੇ ਜਿਹੜਾ ਮਿੱਤਰ ਸੀ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਫਿਰ ਉਹਨੂੰ ਇੱਕ ਸੁਨਸਾਨ ਥਾਂ ਦੇ ਉੱਤੇ ਸੁੱਟ ਦਿੱਤਾ ਜੀ। ਉਹਨੇ ਸਾਰੇ ਭਾਰਤ ਨੂੰ ਹਿਲਾ ਕੇ ਰੱਖਤਾ ਸੀ। ਤੁਸੀਂ ਯਾਦ ਕਰੋ ਉਹ ਸਮਾਂ, ਡਾਕਟਰ ਮਨਮੋਹਨ ਸਿੰਘ ਹੁੰਦੇ ਸੀ ਪ੍ਰਾਈਮ ਮਿਨਿਸਟਰ, ਤੇ ਉਸ ਸਮੇਂ ਸਾਰੀ ਦਿੱਲੀ ਦੇ ਵਿੱਚ ਕੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਿਦਿਆਰਥੀ, ਨੌਜਵਾਨ, ਬਜ਼ੁਰਗ ਸਾਰੇ ਸੜਕਾਂ ਤੇ ਨਿਕਲ ਆਏ ਸੀ। ਦਿੱਲੀ ਦੇ ਵਿੱਚ ਕੈਂਡਲ ਮਾਰਚ ਨਿਕਲੇ ਸੀ, ਮਨੁੱਖੀ ਚੇਨਾਂ ਬਣੀਆਂ, ਇੱਥੋਂ ਤੱਕ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਉਹਨਾਂ ਪ੍ਰੋਟੈਸਟਾਂ ਦੇ ਵਿੱਚ ਭਾਗ ਲੈਣਾ ਪਿਆ ਸੀ। ਰੂਲਿੰਗ ਪਾਰਟੀ ਉਹਨਾਂ ਦੀ ਹੋਵੇ, ਪ੍ਰਾਈਮ ਮਿਨਿਸਟਰ ਉਹਨਾਂ ਦਾ ਹੋਵੇ, ਦਿੱਲੀ ਦਾ ਕੰਟਰੋਲ ਉਹਨਾਂ ਕੋਲੇ ਹੋਵੇ, ਤੇ ਉਹਨਾਂ ਨੂੰ ਵੀ ਉਹ ਹੋ ਗਿਆ ਸੀ। ਉਸ ਲੜਕੀ ਨੂੰ ਇਲਾਜ ਲਈ ਭੇਜਿਆ ਸੀ ਸਿੰਗਾਪੁਰ, ਲੇਕਿਨ ਉਹ ਵਿਚਾਰੀ ਬਚ ਨਹੀਂ ਸਕੀ ਤੇ ਉਹਦੀ ਮੌਤ ਹੋ ਗਈ ਸੀ। ਉਹਦੀ ਮੌਤ ਤੋਂ ਬਾਅਦ ਭਾਵੇਂ ਕੁਝ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ, ਨਿਰਭਇਆ ਇੱਕ ਉਹਨੂੰ ਸਮਝ ਲਓ ਵੀ ਤੁਸੀਂ ਸੰਕੇਤਕ ਨਾਂ ਦੇ ਦਿੱਤਾ ਸੀ ਕੁੜੀ ਨੂੰ। ਤੇ ਮੇਰੇ ਯਾਦ ਹੈ ਦਾਨੇਵਾਲੀਆ ਸਾਹਿਬ ਜੀ, ਉਦੋਂ ਫਿਰ ਇੱਕ ਗੱਲ ਇਹ ਵੀ ਆਈ ਸੀ ਕਿ ਛੋਟੇ ਵੈਪਨ ਜੀ, ਇਹੋ ਜਿਹੇ ਵੈਪਨ ਬਣਾਏ ਜਾਣ ਟੂ ਦੇ, ਜਿਹੜੇ ਕੁੜੀਆਂ ਆਪਣੇ ਪਰਸ ਦੇ ਵਿੱਚ ਰੱਖ ਸਕਣ, ਤੇ ਉਸ ਵੈਪਨ ਦਾ ਨਾਂ ਵੀ ਨਿਰਭਇਆ ਵੈਪਨ ਰੱਖਿਆ ਸੀ ਜੀ। ਪਿਸਟਲ ਸੀਗੇ ਛੋਟੇ ਛੋਟੇ, ਉਹ ਬਣਾਏ ਹੋਏ ਸੀ। ਨਿਰਭਇਆ ਫੰਡ ਵੀ ਰੱਖਿਆ ਗਿਆ ਸੀ ਕਿ ਜਿਹੜੇ ਇਸ ਕਿਸਮ ਦੇ ਕ੍ਰਾਈਮ ਆ ਉਹਨਾਂ ਨੂੰ ਰੋਕਣ ਵਾਸਤੇ ਤੇ ਜਿਹੜੇ ਪੀੜਤ ਆ ਉਹਨਾਂ ਨੂੰ ਮਦਦ ਕਰਨ ਵਾਸਤੇ। ਉਹ ਗੱਲ ਹੋਈ ਵਾਪਰੀ, ਦਿੱਲੀ ਬੜੀ ਬੇਰਹਿਮ ਹੈ ਜੀ। ਤੇ ਉਹ ਤੋਂ ਪਹਿਲਾਂ ਤੁਸੀਂ ਯਾਦ ਕਰੋ ਇੱਕ ਵਾਰੀ ਚੋਪੜਾ ਚਿਲਡਰਨ, ਚੋਪੜਾ ਬੱਚੇ ਹੁੰਦੇ ਸੀ, ਦੋ ਭੈਣ ਭਰਾ ਇੱਕ ਮਿਲਟਰੀ ਆਫੀਸਰ ਦੇ ਬੱਚੇ ਸੀ, ਉਹਨਾਂ ਦੇ ਨਾਲ ਕਿੱਡੀ ਵੱਡੀ ਦਰਿੰਦਗੀ ਹੋਈ ਸੀ। ਰੰਗੇ ਬਿੱਲੇ ਨੇ ਕੀਤੀ ਸੀ, ਫਾਂਸੀ ਉੱਥੇ ਵੀ ਹੋਈ ਸੀ। ਇੱਥੇ ਇਹ ਜਿਹੜੀ ਘਟਨਾ ਇਹ ਵੀ ਛੋਟੀ ਨਹੀਂ ਜੀ, ਸ਼ਾਦਰਾ ਇਲਾਕੇ ਦੀ ਘਟਨਾ ਹੈ। ਇੱਕ ਸਿਰ ਫਿਰਿਆ ਨੌਜਵਾਨ, ਉਹ ਇੱਕ ਮੈਰਿਡ ਕੁੜੀ ਜਿਹਦੀ ਉਮਰ, ਨੌਜਵਾਨ ਵੀ ਨਹੀਂ ਕਹਿ ਸਕਦੇ, 14 ਸਾਲ ਦਾ ਹੀ ਸੀ। ਹਾਂ, ਜਿਹੜੀ ਨੌਜਵਾਨ ਕੁੜੀ ਜਿਹੜੀ ਮੈਰਿਡ ਹੈ, ਉਸ ਮੈਰਿਡ ਦੇ ਉੱਤੇ ਇਹ ਜਿਹਾ ਫਿਦਾ ਹੋਇਆ ਕਿ ਉਹਦਾ ਪਿੱਛਾ ਕਰਦਾ ਲਗਾਤਾਰ। ਉਸ ਲੜਕੀ ਨੇ ਉਹਨੂੰ ਕਹਿ ਦਿੱਤਾ ਕਿ ਮੈਂ ਵਿਆਹੀ ਵਰੀ ਹਾਂ, ਤੂੰ ਆਪਣਾ ਕਿਨਾਰਾ ਕਰ, ਲੈਣਾ ਦੇਣਾ ਕੀ ਹੈ। ਔਰ ਉਹਨੇ ਫਿਰ ਕਹਿੰਦੀ ਖੁਦਕੁਸ਼ੀ ਕਰ ਲਈ। ਚਲੋ ਉਹਨੇ ਖੁਦਕੁਸ਼ੀ ਕਰ ਲਈ, ਗੱਡੀ ਥੱਲੇ ਆ ਗਿਆ, ਮਰ ਗਿਆ, ਵੱਖਰੀ ਗੱਲ ਹੈ। ਹੁਣ ਹੋਇਆ ਕੀ ਜੀ, ਉਹਦੇ ਪਰਿਵਾਰਕ ਮੈਂਬਰਾਂ ਨੇ, ਜਿਹਦੇ ਵਿੱਚ ਮਰਦ ਨਹੀਂ ਔਰਤਾਂ ਵੀ ਹੈ, ਅੱਛਾ ਜੀ, ਨਾਬਾਲਗ ਬੱਚੇ ਵੀ ਹੈ, ਉਹਨਾਂ ਨੇ ਉਸ ਕੁੜੀ ਦੇ ਘਰ ਦੇ ਉੱਤੇ ਜਾ ਕੇ ਹਮਲਾ ਕੀਤਾ, ਉਸ ਕੁੜੀ ਨੂੰ ਕਿਡਨੈਪ ਕੀਤਾ, ਉਹਦੇ 'ਚ ਸਿੱਟਿਆ ਆਟੋ ਦੇ ਵਿੱਚ, ਆਟੋ ਰਾਹੀਂ ਉਹਦਾ ਪਿੱਛਾ ਕਰਦੇ ਸੀ। ਔਰ ਉਹ ਤੋਂ ਬਾਅਦ ਉਹਦੇ ਨਾਲ ਫਿਰ ਜੋ ਕੀਤੀ, ਉਹਦਾ ਸਿਰ ਮੁੰਨਿਆ, ਉਹਦੇ ਗਲ ਦੇ ਵਿੱਚ ਛਿੱਤਰਾਂ ਦੇ ਹਾਰ ਪਾ ਕੇ ਉਹਨੂੰ ਬਹੁਤ ਬੁਰੀ ਜਲਾਲਤ ਦੇ ਨਾਲ, ਮਤਲਬ ਹੈ ਵੀ ਉਹਦੇ ਨਾਲ ਕੋਈ ਕਸਰ ਨਹੀਂ ਛੱਡੀ, ਕਸਰ ਕੋਈ ਨਹੀਂ ਛੱਡੀ। ਆਪਾਂ ਸ਼ਬਦ ਦੁਹਰਾ ਨਹੀਂ ਸਕਦੇ, ਕਹਿ ਨਹੀਂ ਸਕਦੇ, ਜ਼ੁਬਾਨ ਇਜਾਜ਼ਤ ਨਹੀਂ ਦਿੰਦੀ। ਗਲੀਆਂ ਦੇ ਵਿੱਚ ਉਹਨੂੰ ਘੁਮਾਇਆ ਗਿਆ। ਚਲੋ ਮਾਮਲਾ ਪੁਲਿਸ ਦੇ ਧਿਆਨ 'ਚ ਆ ਗਿਆ, ਪਰ ਪੁਲਿਸ ਦੀ ਗੱਲ ਕਹਿੰਦੇ ਥਾਣਾ ਦਾ ਜਮਾ ਹੀ 50 ਮੀਟਰ ਸੀ, 50 ਮੀਟਰ ਤੇ ਸੀ। ਵੱਡੀ ਗੱਲ ਇਹ ਕਿ ਪੁਲਿਸ ਦੇ ਧਿਆਨ 'ਚ ਆਉਣ ਤੋਂ ਪਹਿਲਾਂ ਜਿਹੜਾ ਉਹ ਸਾਡਾ ਸਮਾਜ ਹੈ, ਉਹ ਸਮਾਜ ਜਿਹੜਾ ਜਿਨ੍ਹਾਂ ਦੇ ਸਾਹਮਣੇ ਸਭ ਕੁਝ ਹੋਇਆ ਸੀ, ਉਹਨਾਂ ਨੇ ਕੀ ਕੀਤਾ? ਕੋਈ ਉਹਨਾਂ ਦੇ ਬਚਾਅ ਦੇ ਪੱਖ 'ਚ ਨਹੀਂ ਹੈ ਨਾ, ਤਮਾਸ਼ਬੀਨ ਬਣ ਕੇ ਬੈਠੇ ਰਹੇ। ਨਹੀਂ ਤਾਂ ਕੁੜੀ ਨਾਲ ਇਸ ਤਰ੍ਹਾਂ ਹੁੰਦਾ ਹੈ, ਬੰਦਾ ਉੱਠਦਾ, 4 ਬੰਦੇ ਉੱਠ ਕੇ ਲਾਲਾ ਕਰਦੇ ਆ ਤੇ ਗੱਲ ਜਿਹੜੀ ਹੈਗੀ ਹੈ ਮੁੱਕ ਜਾਂਦੀ ਹੈ ਜੀ। ਨਹੀਂ ਮੁੱਕਿਆ, ਅਖੀਰ ਉਹ ਲੜਕੀ ਵਿਚਾਰੀ ਆਪਣੇ ਘਰ ਪਈ ਵੀ ਹੈ ਹੁਣ। ਉਹ ਕਿਉਂਕਿ ਸੋਸ਼ਲ ਮੀਡੀਆ ਤੇ ਗੱਲ ਚੱਲ ਪਈ, ਕੁਝ ਅਖਬਾਰਾਂ ਦੇ ਵਿੱਚ ਗੱਲ ਆ ਪਈ, ਪੁਲਿਸ ਨੂੰ ਐਕਟਿਵ ਹੋਣਾ ਪਿਆ, ਕੇਸ ਰਜਿਸਟਰ ਕਰ ਲਿਆ। ਕੇਸ ਰਜਿਸਟਰ ਕਰਨ ਤੋਂ ਬਾਅਦ ਕਹਿੰਦੇ ਔਰਤਾਂ ਸਮੇਤ ਕੁਝ 12 ਬੰਦਿਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ। ਅੱਛਾ, ਜਿਹੜੀ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ, ਉਹਨੇ ਵੀ ਪੁਲਿਸ ਨੂੰ ਨੋਟਿਸ ਦੇ ਦਿੱਤਾ ਹੈ। ਔਰ ਮੈਂ ਬੀਜੇਪੀ ਦੇ ਆਗੂ ਤੇ ਸਾਬਕਾ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੈ ਮਨਜਿੰਦਰ ਸਿੰਘ ਸਿਰਸਾ, ਉਹਨਾਂ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ। ਉਹ ਕਹਿ ਰਹੇ ਸੀ ਕਿ ਮੈਂ ਉਸ ਦਿਨ ਤੋਂ ਲੈ ਕੇ ਜਿਹੜਾ ਹੈਗਾ ਜੁੜਿਆ ਹੋਇਆ ਪੁਲਿਸ ਅਧਿਕਾਰੀਆਂ ਦੇ ਨਾਲ, ਪ੍ਰੈਸ਼ਰ ਉਹਨਾਂ ਤੇ ਬਣਾਇਆ ਹੋਇਆ ਕਿ ਬੰਦਿਆਂ ਨੂੰ ਗ੍ਰਿਫਤਾਰ ਕਰੋ। ਇਸੇ ਸਮੇਂ ਦੌਰਾਨ ਦਾਨੇਵਾਲੀਆ ਸਾਹਿਬ ਇੱਕ ਜਿਹੜੀ ਹੋਰ ਸਾਡੇ 'ਚ ਬੜੀ ਭੈੜ ਹੈ, ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਨਹੀਂ ਜਾਣਦਾ ਕਿ ਜਿਹੜੇ ਮੁਲਜ਼ਮ ਹੈ ਉਹ ਕੌਣ ਹੈ, ਕਿਸ ਭਾਈਚਾਰੇ ਨਾਲ ਸੰਬੰਧਿਤ ਹੈ, ਲੇਕਿਨ ਮਨਜਿੰਦਰ ਸਿੰਘ ਸਿਰਸਾ ਦੀ ਜ਼ੁਬਾਨੀ ਇਹ ਹੈ ਕਿ ਉਹ ਵੀ ਉਸੇ ਭਾਈਚਾਰੇ ਨਾਲ ਹੀ ਸੰਬੰਧਿਤ ਹੈ। ਲਓ ਇੱਕ ਹੋਰ ਦੇਖੋ, ਉੱਥੇ ਕੁਝ ਨਿੰਗ ਸਿੰਘ ਪਹੁੰਚ ਗਏ। ਅੱਛਾ, ਉਹਨਾਂ ਨਿੰਗ ਸਿੰਘਾਂ ਨੇ ਜਾ ਕੇ ਆਪਣੀ ਉਹਨਾਂ ਦੇ ਘਰੇ ਵੀ ਤੁਸੀਂ ਜੀ ਅੰਮ੍ਰਿਤ ਛਕੋ, ਕਿਰਪਾਨ ਵੀ ਦੇਤੀ, ਸਰੋਪੇ ਵੀ ਦੇਤੇ, ਔਰ ਨਾਲ ਇਹ ਗੱਲ ਕਹਿਤੀ ਬਦਲਾ ਲਵਾਂਗੇ, ਕੰਧਾਂ ਦੇ ਉੱਤੇ ਵੀ ਲਿਖਤਾ। ਅੱਛਾ,
ਹੁਣ ਇਸ ਤਰ੍ਹਾਂ ਦੀ ਗੱਲ ਹੈ ਕਿ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਦੇਣੀਆਂ ਚਾਹੀਦੀਆਂ। ਜੇ ਅਸੀਂ ਇਸ ਤਰ੍ਹਾਂ ਕਾਨੂੰਨ ਹੱਥ ਦੇ ਵਿੱਚ ਲੈਣ ਲੱਗੇ ਤੇ ਪਤਾ ਨਹੀਂ ਕੀ ਕੋਈ ਹੋਰ ਸ਼ਕਲ ਵੀ ਇਖਤਿਆਰ ਕਰ ਸਕਦਾ, ਜਿਹੜਾ ਬੜਾ ਘਾਤਕ ਹੋ ਸਕਦਾ। ਆਪਾਂ ਪਹਿਲਾਂ ਦੇਖਿਆ ਵਾ। ਇਸ ਇਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਦਿੱਲੀ ਸਰਕਾਰ ਜਿਹੜੀ ਕੇਜਰੀਵਾਲ ਸਾਹਿਬ ਦੀ ਸਰਕਾਰ ਹੈ, ਇੱਕ ਜਿਹੜੀ ਹੈਗੀ ਭਾਰਤ ਦੀ ਸਰਕਾਰ। ਚਲੋ ਦਿੱਲੀ ਸਰਕਾਰ ਦੇ ਕੋਲੇ ਲਾ ਐਂਡ ਆਰਡਰ ਹੈ ਨਹੀਂ, ਪੁਲਿਸ ਦਾ ਕੰਟਰੋਲ ਭਾਰਤ ਸਰਕਾਰ ਕੋਲੇ ਹੈ, ਗ੍ਰਹਿ ਵਿਭਾਗ ਕੋਲੇ ਹੈ ਜੀ, ਲੇਕਿਨ ਉਹਨਾਂ ਦੇ ਕੋਲ ਸਿਵਲ ਪ੍ਰਸ਼ਾਸਨ ਤਾਂ ਹੈਗਾ। ਸਿਵਲ ਪ੍ਰਸ਼ਾਸਨ ਦੇ ਜਰੀਏ ਉਹਨਾਂ ਨੇ ਉਦੋਂ ਤੱਕ ਨਾ ਦਿੱਲੀ ਸਰਕਾਰ ਨਾ ਭਾਰਤ ਸਰਕਾਰ ਕੁਸਕੀ ਨਹੀਂ, ਜਿੰਨੀ ਦੇਰ ਤੱਕ ਇਹ ਮਾਮਲਾ ਜਿਹੜਾ ਹੈਗਾ ਸੋਸ਼ਲ ਮੀਡੀਆ 'ਚ ਨਹੀਂ ਉੱਠ ਪਿਆ। ਜਦੋਂ ਇਹ ਉਠਾਤਾ ਸੋਸ਼ਲ ਮੀਡੀਆ 'ਚ ਫਿਰ ਜਿਹੜਾ ਮਾੜਾ ਮੋਟਾ ਓੜ ਪੋੜ ਕੀਤਾ ਹੈ ਜੀ। ਮਤਲਬ ਮੇਰੇ ਖਿਆਲ ਮੁਤਾਬਕ ਵੀ ਸਭ ਤੋਂ ਵੱਡਾ ਦੋਸ਼ ਸਾਡੇ ਦੇਸ਼ ਦੇ ਵਿੱਚ ਗਰੀਬਾਂ ਦੇ ਘਰੇ ਪੈਦਾ ਹੋਣਾ। ਅਗਰ ਉਹ ਕੁੜੀ ਅਪਰ ਮਿਡਲ ਕਲਾਸ ਦੀ ਹੁੰਦੀ ਜਾਂ ਰਿਚ ਫੈਮਿਲੀ ਦੀ ਹੁੰਦੀ ਤੇ ਫਿਰ ਮੋਮਬੱਤੀਆਂ ਵੀ ਜਗਣੀਆਂ ਸੀ, ਬਿਲਕੁਲ ਜਗਣੀਆਂ, ਫਿਰ ਮਨੁੱਖੀ ਚੇਨਾਂ ਵੀ ਬਣਨੀਆਂ ਸੀ। ਲੇਕਿਨ ਉਹ ਗਰੀਬ ਤਬਕੇ ਦੇ ਵਿੱਚੋਂ ਆਉਂਦੀ ਹੈ, ਇਸੇ ਕਰਕੇ ਸ਼ਾਇਦ ਸਰਕਾਰਾਂ ਨੇ ਉਹਨੂੰ ਇਗਨੋਰ ਕੀਤਾ ਸ਼ੁਰੂ 'ਚ। ਬੁੱਧਵਾਰ ਦੀ ਹੋਇਆ ਘਟਨਾ ਜੀ। ਹਾਂਜੀ ਹਾਂਜੀ। ਤੇ ਕੱਲ ਅੱਜ ਜਾ ਕੇ ਚਰਚਾ 'ਚ ਅੱਜ ਚਰਚਾ 'ਚ ਅੱਜ ਹੋਈ ਹੈ। ਵੈਸੇ ਰਾਤ ਦੀ ਚਰਚਾ ਹੋ ਗਈ ਸੀ ਸ਼ੁਰੂ, ਰਾਤ ਦੀ ਸਮਝੋ ਰਾਤ ਅੱਜ ਹੀ ਅਸਲ 'ਚ ਕਹਿ ਸਕਦੇ ਆਪਾਂ ਚਰਚਾ 'ਚ ਅੱਜ ਆਈ ਹੈ। ਲੇਟ ਕਿੰਨਾ ਹੋ ਗਿਆ? ਹਾਂ 26 ਦੀ ਗੱਲ ਹੈ। 26 ਬੁੱਧ ਵੀਰ ਸ਼ੁੱਕਰ ਸ਼ਨੀਚਰ ਐਤ ਸੌਂ, ਹਾਂਜੀ 6 ਦਿਨ ਲੰਘ ਗਏ। 6 ਦਿਨ ਹੋ ਗਏ, ਇੱਕ ਹਫ਼ਤਾ ਹੀ ਲਗਭਗ ਕਹਿ ਸਕਦੇ ਆਪਾਂ। ਹਫ਼ਤੇ ਬਾਅਦ ਮਤਲਬ ਕਿੰਨੇ ਸਬੂਤ ਖਤਮ ਹੋ ਜਾਂਦੇ। ਜੋ ਕੁਝ ਹੋਣਾ ਚਾਹੀਦਾ ਜਿਹੜਾ ਨਾ ਮਤਲਬ ਇਸ ਪਾਸੇ ਧਿਆਨ ਦੇਣਾ ਚਾਹੀਦਾ, ਸਰਕਾਰਾਂ ਧਿਆਨ ਨਹੀਂ ਦਿੰਦੀਆਂ। ਨਾਲੇ ਢਿੱਲੋਂ ਸਾਹਿਬ ਸਰਕਾਰਾਂ ਤਾਂ ਧਿਆਨ ਦੇਣੇ, ਇਹ ਚੀਜ਼ ਤਾਂ ਤੁਹਾਡੇ ਗੁਆਂਢ 'ਚ ਹੋ ਰਹੀ ਹੈ। ਠੀਕ ਆ, ਪੁਲਿਸ ਸੁਸਾਇਟੀ ਦੀ ਗੱਲ ਵੀ ਹੈ, ਸੁਸਾਇਟੀ ਇਸ ਤੋਂ ਵੱਧ ਜ਼ਿੰਮੇਵਾਰ ਹੈ। ਬਿਲਕੁਲ ਸੁਸਾਇਟੀ ਜ਼ਿੰਮੇਵਾਰ ਸਭ ਤੋਂ ਵੱਧ ਹੈ। ਹਾਂ ਸਾਰਾ ਕੁਝ ਅਸੀਂ ਪੁਲਿਸ ਤੋਂ ਨਹੀਂ ਸਕਦੇ। ਦੇਖੋ ਪੁਲਿਸ ਵਾਲੇ ਕਿੰਨੇ ਨੇ, ਤੁਸੀਂ ਗੁਆਂਢ ਬੈਠੋ, ਘੱਟੋ ਘੱਟ ਕੋਈ ਬਾਂਹ ਫੜ ਕੇ ਅੱਗੇ ਤਾਂ ਹੋ ਜਾਓ ਭਾਈ, ਕੀ ਕਰੀ ਜਾਂਦੇ ਤੁਸੀਂ? ਨਹੀਂ ਦੇਖੋ, ਜੇ ਨੇਰੇ ਸਵੇਰੇ ਗੱਲ ਹੋਵੇ ਹੋਰ ਹੈ, ਦਿਨ ਦੀ ਰੋਸ਼ਨੀ 'ਚ ਸਾਰਾ ਕੁਝ ਹੈ। ਦਿਨ ਦੀ ਰੋਸ਼ਨੀ ਚ ਸਾਰਾ ਕੁਝ ਹੋਇਆ, ਬਿਲਕੁਲ ਲੋਕਾਂ ਦੇ ਸਾਹਮਣੇ ਹੋਇਆ ਸਾਰਾ ਕੁਝ। ਦਿਨ ਦੀ ਰੋਸ਼ਨੀ ਚ ਹੈ, ਜੇ ਥੋੜਾ ਬਹੁਤਾ ਚਲੋ ਘੰਟਾ 2 ਘੰਟੇ ਅੱਗਾ ਪਿੱਛਾ ਵੀ ਦਿਖਦਾ ਹੈ। ਜਦੋਂ ਉਹਨੂੰ ਵਿਚਾਰੀ ਨੂੰ ਘੜੀਸੀ ਫਿਰਦੇ ਆ, ਉਹਦੇ ਨਾਲ ਇੰਨੀ ਦਰਿੰਦਗੀ ਕੀਤੀ ਹੈ। ਜੇ 10-12 ਬੰਦੇ ਉਹਨੂੰ ਘੜੀਸੀ ਫਿਰਦੇ ਆ, ਇਹ ਤਾਂ ਹੈ ਨਹੀਂ ਵੀ ਉਹ ਰੋਈ ਪਿੱਟੀ ਨਾ ਹੋਵੇ, ਇਹ ਵੀ ਨਾ ਹੋਊਗੀ ਕਿ ਉਹਨਾਂ ਨੇ ਕੋਈ ਲਲਕਾਰੇ ਨਾ ਮਾਰੇ ਹੋਣਗੇ। ਜਿਹੜੇ ਇਸ ਦਰਿੰਦਗੀ ਦੇ ਉੱਤੇ ਆਏ ਉਹ ਵੀ ਲਲਕਾਰੇ। ਸਾਨੂੰ ਚਲੋ ਹਮਦਰਦੀ ਹੋ ਸਕਦੀ ਹੈ ਵੀ ਉਹਨਾਂ ਦਾ ਮੁੰਡਾ ਮਰ ਗਿਆ, ਪਰ ਮੁੰਡਾ ਮਰਿਆ, ਗੱਲ ਸੁਣੋ ਨਾ, ਫਿਰ ਮੁੰਡਾ ਮਰ ਗਿਆ, ਉਹਦੀ ਕੁੜੀ ਦਾ ਕੀ ਕਸੂਰ ਹੈ? ਕੁੜੀ ਦਾ ਤਾਂ ਕੋਈ ਕਸੂਰ ਨਹੀਂ ਨਾ ਉਹਦੇ ਚ। ਤੁਹਾਡਾ ਮੁੰਡਾ, ਜੇ ਤੁਹਾਡੇ ਮੁੰਡੇ ਨੂੰ ਇੰਨੀ ਅਕਲ ਹੈ ਨਹੀਂ ਸੀ, ਤੁਸੀਂ ਉਹਨੂੰ ਸੰਸਕਾਰ ਨਹੀਂ ਦਿੱਤੇ। 14 ਸਾਲ ਦਾ ਮੁੰਡਾ, 20 ਸਾਲ ਦੀ ਵਿਆਹੀ ਵਰੀ, 6 ਸਾਲਾਂ ਦਾ ਫਰਕ। ਬਿਲਕੁਲ ਬਿਲਕੁਲ। ਇਹਨੂੰ ਅੰਗਰੇਜ਼ੀ 'ਚ ਇਨਫੈਚੁਏਸ਼ਨ ਕਹਿੰਦੇ ਆ ਕਿ ਤੁਸੀਂ ਤੁਹਾਡੀ ਇੱਕ ਹਵਸ ਦੀ ਲਾਲਸਾ ਪੈਦਾ ਹੋ ਗਈ। ਬਿਲਕੁਲ 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 ਬਿਲਕੁਲ। ਇਹ ਤਾਂ ਮੰਨਿਆ ਜਾਂਦਾ, ਬੜਾ ਹੈਰਾਨੀ ਜਣ ਕੇ ਗੱਲਾਂ ਹੁੰਦੀਆਂ ਨੇ। ਚਲੋ ਪ੍ਰਮਾਤਮਾ ਬੱਚੀ ਨੂੰ ਥੋੜੀ ਤਾਕਤ ਬਖਸ਼ੇ। ਕਹਿੰਦੇ ਮੈਂਟਲੀ ਅਪਸੈਟ ਹੋ ਗਈ ਬੱਚੀ, ਆਪਦੇ ਬੱਚੇ ਦਾ ਧਿਆਨ ਨਹੀਂ ਰੱਖ ਪਾ ਰਹੀ। ਸਦਮਾ ਜਿਹੜਾ ਟਰਾਮਾ ਚ ਰਹਿੰਦਾ ਬੱਚਾ, ਬੰਦਾ ਜਿਹੜਾ ਇਸ ਕਿਸਮ ਦੀ ਗੱਲ ਹੁੰਦੀ ਹੈ, ਕਿੰਨੀ ਭੈੜੀ ਹੁੰਦੀ। ਸਮਾਜ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਤੁਹਾਡੇ ਨਾਲ ਤੁਹਾਨੂੰ ਕਿਸੇ ਜਲਾਲਤ ਦਾ ਸਾਹਮਣਾ ਕਰਨਾ ਪਵੇ, ਆਪਣੀਆਂ ਅੱਖਾਂ ਮਿਟ ਜਾਂਦੀਆਂ, ਆਪਾਂ ਸਾਹਮਣਾ ਨਹੀਂ ਕਰ ਸਕਦੇ। ਤੇ ਜਿਹਦੇ ਨਾਲ ਇੰਨਾ ਭੈੜਾ ਹੋਇਆ ਵੈ, ਉਹ ਤਾਂ ਕਿੱਡੇ ਵੱਡੇ ਮਤਲਬ ਜਿਹੜਾ ਹੈਗਾ ਸਦਮੇ ਚ ਕੁੜੀ ਉਹ ਦਾਖਲ ਹੋਈ ਹੈ। ਬੱਚੇ ਨੂੰ ਕਿਵੇਂ ਸੰਭਾਲੂਗੀ ਵਿਚਾਰੀ? ਪਤਾ ਨਹੀਂ ਅੱਗੇ ਉਹਦੇ ਨਾਲ ਕੀ ਬੀਤਣੀ। ਬਿਲਕੁਲ ਬਿਲਕੁਲ। ਤੇ ਉਧਰ ਬਿਕਰਮ ਸਿੰਘ ਮਜੀਠੀਆ ਨੂੰ ਬੜੇ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਜੀ। ਮੈਂ ਅੱਜ ਵੇਖ ਰਿਹਾ ਸੀ, ਵਕੀਲਾਂ ਦੀ ਫੌਜ ਨਜ਼ਰ ਆ ਰਹੀ ਸੀ ਇਹਨਾਂ ਦੇ ਹੱਕ 'ਚ। ਦੇਖੋ ਗੱਲ ਇਹ ਦਾਨੇਵਾਲੀਆ ਸਾਹਿਬ, ਉਹ ਕਿਹੜਾ ਵਿਚਾਰੀ ਮਤਲਬ ਜਿਹੜੀ ਹੈਗੇ ਆਪਣੇ ਮਜੀਠੀਆ ਸਾਹਿਬ ਕੋਈ ਸਾਡੇ ਪਿੰਡ ਵਾਲੇ ਗਰੀਬਾਂ ਦੇ ਘਰੇ 'ਚ ਜੰਮੇ ਜਾਂ ਤੁਹਾਡੇ ਜੰਮੇ ਜਾਂ ਜਿਹੜੇ ਦਿੱਲੀ ਵਾਲਿਆਂ ਦੀ ਆਪਾਂ ਗੱਲ ਕਰਕੇ, ਉਹ ਤਾਂ ਭਾਈ ਬਹੁਤ ਵੱਡੇ ਰਾਈਸ ਪਰਿਵਾਰ ਹੈ। ਜਿਸ ਬੰਦੇ ਦਾ ਪੜਦਾਦਾ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਜਿਹਨੂੰ ਸਰ ਦਾ ਖਿਤਾਬ ਮਿਲਿਆ ਹੋਵੇ, ਸਰ ਸੁੰਦਰ ਸਿੰਘ ਮਜੀਠੀਆ, ਜਿਸ ਦੇ ਦਾਦਾ ਸਰਦਾਰ ਸੁਰਜੀਤ ਸਿੰਘ ਮਜੀਠੀਆ ਉਹ ਭਾਰਤ ਦਾ ਪਹਿਲਾ ਡਿਪਟੀ ਡਿਫੈਂਸ ਮਿਨਿਸਟਰ ਰਿਹਾ ਹੋਵੇ, ਜਿਹਦਾ ਜੀਜਾ ਸ਼੍ਰੀ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਰਿਹਾ ਹੋਵੇ, ਜਿਹਦੀ ਭੈਣ ਕੇਂਦਰ ਦੀ ਵਜ਼ੀਰ ਰਹੀ ਹੋਵੇ, ਜਿਹਦੀ ਭੈਣ ਦਾ ਸਹੁਰਾ ਪੰਜਾਬ ਦਾ 5 ਵਾਰੀ ਮੁੱਖ ਮੰਤਰੀ ਰਿਹਾ ਹੋਵੇ, ਤੇ ਜਿਹੜਾ ਖੁਦ ਆਪ ਕੈਬਨਿਟ ਮੰਤਰੀ ਰਿਹਾ ਹੋਵੇ। ਤੇ ਉਹਦੀ ਖਾਤਰ ਹੁਣ ਜੇ ਫੌਜਾਂ ਵਕੀਲਾਂ ਦੀ ਫੌਜ ਫਿਰ ਖੜੂਗੀ ਤਾਂ ਕਿਹਦੀ ਖਾਤਰ ਖੜੂਗੀ? ਤੁਹਾਡੀ ਮੇਰੀ ਖਾਤਰ ਕਿੱਥੋਂ ਖੜ ਜੂਗੀ? ਜਿਹਦੇ ਕੋਲ ਪਹੁੰਚ ਹੁੰਦੀ ਹੈ ਉਹੀ। ਔਰ ਤੁਸੀਂ ਨਾ ਵਕੀਲਾਂ ਦੀ ਦੇਖੋ ਗੱਲ, ਇਹ ਜਿਹੜੇ ਵਕੀਲ ਖੜੇ ਇਹਨਾਂ ਵਕੀਲਾਂ ਦੇ ਵਿੱਚੋਂ ਇੱਕ ਨਾਂ ਬਹੁਤ ਵੱਡਾ ਹੈ, ਜਿਹਦਾ ਨਾਂ ਸਾਡੇ ਸੋਲਿਸਿਟਰ ਜਨਰਲ ਹੈ, ਮੇਰੇ ਨਾਂ ਨਿਕਲ ਗਿਆ ਦਿਮਾਗ ਦੇ ਵਿੱਚੋਂ, ਸੋਲਿਸਿਟਰ ਜਨਰਲ ਹੀ ਅਟਾਰਨੀ ਜਨਰਲ ਮੁਕਲ ਰੋਹਤਗੀ ਹੋ ਗਏ, ਹਰੀਸ਼ ਸਾਲਵੇ ਹੋ ਗਏ,
ਇਹ ਉਹ ਵਕੀਲ ਹੈ ਜਿਨ੍ਹਾਂ ਵਕੀਲਾਂ ਦੀ ਫੀਸ ਜਿਹੜੀ ਹੈ ਨਾ ਉਹ ਇੱਕ ਦਿਨ ਦੀ ਇੱਕ ਸਾਹ ਦੀ ਫੀਸ ਹੈ ਜੀ, ਇੱਕ ਸਾਹ ਦੀ ਫੀਸ ਹੈ ਲੱਖਾਂ ਚ ਕਿੰਨੇ ਵਾਰੀ ਅੰਦਰ ਮਿੰਟ ਚ ਕਿੰਨੇ ਸਾਹ ਲੈ ਜਾਂਦੇ ਔਰ ਲੱਖਾਂ ਚ ਹੈ। ਉਹਨੂੰ ਲੱਖਾਂ ਦੇ ਵਿੱਚ ਦੇਣਗੇ ਤੇ ਉਹਦਾ ਨਤੀਜਾ ਕੀ ਹੈ ਜੀ। ਫਿਰ ਬਾਕੀ ਗੱਲ ਹੋਇਆ ਕੀ ਅਸਲ ਦੇ ਵਿੱਚ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਰਜਿਸਟਰ ਹੋਇਆ, ਉਹ ਕੇਸ ਰਜਿਸਟਰ ਹੋਣ ਤੋਂ ਬਾਅਦ ਉਹਨਾਂ ਨੇ ਪਹਿਲਾਂ ਬੇਲ ਐਪਲੀਕੇਸ਼ਨ ਲੈ ਕੇ ਚਲੇ ਗਏ ਲੋਅਰ ਕੋਰਟ ਚ ਜੀ, ਸੈਸ਼ਨ ਕੋਰਟ ਚ ਉੱਥੋਂ ਇਨਕਾਰ ਹੋ ਗਿਆ, ਡਿਸਮਿਸ ਹੋ ਗਈ, ਹਾਈ ਕੋਰਟ ਚਲੇ ਗਏ ਜੀ। ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰਿਲੀਫ, ਕੁਝ ਲੋਕ ਕਹਿੰਦੇ ਕਿ ਹਾਈ ਕੋਰਟ ਚੋਂ ਰਿਲੀਫ ਨਹੀਂ ਮਿਲੀ, ਲੇਕਿਨ ਮੈਂ ਮੰਨਦਾ ਰਿਲੀਫ ਮਿਲੀ ਹੈ ਜੀ। ਰਿਲੀਫ ਕਿਵੇਂ ਮਿਲੀ ਹੈ? ਹਾਈ ਕੋਰਟ ਨੇ ਕਹਿਤਾ ਕਿ ਤੁਸੀਂ ਜੁਆਇਨ ਕਰੋ ਇਨਵੈਸਟੀਗੇਸ਼ਨ ਜੀ। ਉਹਨੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ, 2-3 ਵਾਰੀ ਉਹ ਆਈ ਉਹਦੇ ਸਾਹਮਣੇ ਜਾਂ ਜਿਹੜਾ SIT ਹੈ ਉਹਦੇ ਚੀਫ ਦੇ ਸਾਹਮਣੇ ਜਾ ਕੇ ਆਪਣੀ ਗੱਲ ਕਹੇ ਜੀ। ਉਹ ਤੋਂ ਬਾਅਦ ਪਤਾ ਲੱਗਿਆ ਕਿ ਇਹ ਜਿਹੜਾ NDPS ਐਕਟ ਹੈ, NDPS ਐਕਟ ਦੀ ਇੱਕ ਧਾਰਾ ਹੈ, ਸ਼ਾਇਦ ਉਹ 37 ਹੈ। ਅੱਛਾ ਜੀ। ਧਾਰਾ 37 ਹੈ। ਧਾਰਾ 37 ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਬੰਦਾ ਆਪ ਭਾਵੇਂ ਸਿੱਧਾ ਇਨਵੋਲਵ ਨਾ ਹੋਵੇ ਨਸ਼ੇ ਪੱਤੇ ਦੇ ਮਾਮਲੇ 'ਚ, ਲੇਕਿਨ ਉਹ ਨਸ਼ਾ ਪੱਤਾ ਕਰਨ ਵਾਲਿਆਂ ਨੂੰ ਸਰਪ੍ਰਸਤੀ ਦਿੰਦਾ ਹੋਵੇ ਜੀ, ਉਹਨਾਂ ਨੂੰ ਸ਼ਹਿ ਦਿੰਦਾ ਹੋਵੇ, ਤੇ ਉਹ ਜਿਹੜੀ ਉਹਨਾਂ ਨੂੰ ਮਦਦ ਮੁਹੱਈਆ ਕੀਤੀ ਜਾਂਦੀ ਹੈ ਇਸ ਕਿਸਮ ਦੇ ਬੰਦਿਆਂ ਨੂੰ, ਉਹਦੇ ਬਦਲੇ ਦੇ ਵਿੱਚ ਉਹਨੂੰ ਕੋਈ ਆਰਥਿਕ ਲਾਭ ਮਿਲਦੇ ਹੋਣ ਜੀ, ਤਾਂ ਉਹਨੂੰ ਧਾਰਾ 37 ਦੇ ਤਹਿਤ ਡੀਲ ਕੀਤਾ ਜਾਊਗਾ। ਸੁਪਰੀਮ ਕੋਰਟ ਦੇ ਕਈ ਫੈਸਲਿਆਂ ਦਾ ਹਵਾਲਾ ਜੀ ਆਪਣੀ ਜੱਜਮੈਂਟ ਦੇ ਵਿੱਚ ਸਾਡੇ ਜਿਹੜੇ ਹਾਈ ਕੋਰਟ ਦੀ ਜੱਜ ਸਾਹਿਬਾ ਉਹਨਾਂ ਨੇ ਵੀ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਥੱਲੜੀਆਂ ਲੋਅਰ ਕੋਰਟ ਹੈ ਸੁਪਰੀਮ ਕੋਰਟ ਤੋਂ ਥੱਲੇ ਜੀ, ਉਹ ਬੇਲ ਨਹੀਂ ਲੈ ਸਕਦੀਆਂ ਤੇ ਇਹ ਅਧਿਕਾਰ ਸੁਪਰੀਮ ਕੋਰਟ ਕੋਲੇ। ਉਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਪਹਿਲਾਂ 3 ਦਿਨਾਂ ਦੀ ਰਾਹਤ ਦਿੱਤੀ ਸੀ ਜੀ, ਫਿਰ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਸੁਣਵਾਈ ਹੋਈ ਤੇ ਤੁਸੀਂ ਦੱਸੀ ਜਾਂਦੇ ਹੋ ਕਿ ਉਹਦੇ ਵਿੱਚ ਬਹੁਤ ਵੱਡੇ ਵਕੀਲ ਪੇਸ਼ ਹੋਏ ਤੇ ਵਕੀਲਾਂ ਨੇ ਜਿਹੜਾ ਉੱਥੇ ਪੁਆਇੰਟ ਬਣਾਇਆ ਜੀ, ਉਹ ਪੁਆਇੰਟ ਜਿਹੜਾ ਬਣਾਇਆ ਜੀ, ਉਹ ਪੁਆਇੰਟ ਬੜਾ ਜ਼ਬਰਦਸਤ ਬਣਾਇਆ ਜੀ। ਇਹ ਉਹੀ ਪੁਆਇੰਟ ਹੈ ਜਿਹੜਾ ਪੁਆਇੰਟ ਸੁਮੈਦ ਸੈਣੀ ਦੇ ਹੱਕ ਵਿੱਚ ਸੀ। ਸੁਮੈਦ ਸੈਣੀ ਵਾਲੇ ਕੇਸ ਦੇ ਵਿੱਚ ਇਹੀ ਸੀ, ਸੁਮੈਦ ਸੈਣੀ ਨੇ ਇਹ ਗੱਲ ਕਹੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵੀ ਜਿਹੜੇ ਵੇਲੇ ਦੇ ਮੁੱਖ ਮੰਤਰੀ ਪ੍ਰੈਜ਼ੈਂਟ ਮੁੱਖ ਮੰਤਰੀ ਹੈ, ਪ੍ਰੈਜ਼ੈਂਟ ਮੁੱਖ ਮੰਤਰੀ ਦੇ ਖਿਲਾਫ ਇੱਕ ਕੇਸ ਬਣਿਆ ਸੀ ਲੁਧਿਆਣਾ ਸਿਟੀ ਸਕੈਮ ਵਾਲਾ ਜੀ, ਔਰ ਉਹਦੀ ਜਿਹੜਾ ਉਹ ਕੇਸ ਦੀ ਜਿਹੜੀ ਉਹ ਕੇਸ ਬਣਾਇਆ ਸੀ ਉਹ ਵਿਜੀਲੈਂਸ ਨੇ ਬਣਾਇਆ ਸੀ। ਤਾਂ ਸੁਮੈਦ ਸੈਣੀ ਨੇ ਕਿਹਾ ਕਿ ਮੈਂ ਉਸ ਵੇਲੇ ਚੀਫ ਡਾਇਰੈਕਟਰ ਸੀ ਵਿਜੀਲੈਂਸ ਬਿਊਰੋ ਦਾ ਜੀ, ਚੀਫ ਡਾਇਰੈਕਟਰ ਹੋਣ ਦੇ ਨਾਤੇ ਮੈਂ ਸਾਰੇ ਕੇਸ ਦੀ ਸੁਣਵਾਈ ਕਰ ਰਿਹਾ ਸਾਂ, ਸਾਰੇ ਕੇਸ ਦੀ ਮੈਂ ਨਿਗਰਾਨੀ ਕਰ ਰਿਹਾ ਸਾਂ, ਤਾਂ ਮੇਰੀ ਨਿਗਰਾਨੀ ਦੀ ਵਜ੍ਹਾ ਕਾਰਨ ਮੇਰੇ ਨਾਲ ਖਾਰ ਖਾਂਦੇ ਹੈ ਜੀ। ਅਗਲੀ ਗੱਲ ਉਹਨੇ ਨਾਲੇ ਕਹਿਤਾ ਸੀ ਕਿ ਜਿਹੜੇ ਐਡਵਾਈਜ਼ਰ ਹੈ ਚੀਫ ਮਿਨਿਸਟਰ ਦੇ ਜੀ, ਔਰ ਇਹ ਵੀ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਚੀਫ ਮਿਨਿਸਟਰ ਦੇ ਐਡਵਾਈਜ਼ਰ ਮਿਸਟਰ ਚਹਿਲ ਉਹ ਮੋਨੀਟਰ ਕਰਦੇ ਆ ਵਿਜੀਲੈਂਸ ਨੂੰ ਜੀ, ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ ਹੋਏ ਸੀ। ਇਸ ਲਈ ਜਦੋਂ ਬੰਦੇ ਪਾਵਰ ਦੇ ਵਿੱਚ ਹੈ ਤੇ ਮੇਰੇ ਖਿਲਾਫ ਇਹ ਜਿਹੜੇ ਕੇਸ ਰਜਿਸਟਰ ਕੀਤੇ ਹੈ ਇਹ ਬਦਲਾ ਲਓ ਭਾਵਨਾ ਨਾਲ ਕੀਤੇ ਹੈ ਤੇ ਮੈਨੂੰ ਅੰਦਰ ਸੁੱਟਣਾ ਚਾਹੁੰਦੇ ਆ, ਮੈਨੂੰ ਰਿਲੀਫ ਦਿੱਤੀ ਜਾਵੇ। ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਜਿੰਨੀ ਦੇਰ ਤੱਕ 2022 ਦੀਆਂ ਇਲੈਕਸ਼ਨਾਂ ਮੁਕੰਮਲ ਨਹੀਂ ਹੁੰਦੀਆਂ ਉਨੀ ਦੇਰ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਸਾਰੀਆਂ ਪ੍ਰੋਸੀਡਿੰਗ ਜਿਹੜੀਆਂ ਅਦਾਲਤਾਂ 'ਚ ਵੀ ਚੱਲਦੀਆਂ ਸੀ ਉਹਨਾਂ ਦੇ ਉੱਤੇ ਵੀ ਬੈਨ ਲਾਤਾ। ਹੁਣ ਤੁਸੀਂ ਉਹੀ ਸਥਿਤੀ ਦੇਖੋ ਜੀ। ਇਸ ਸਥਿਤੀ ਦੇ ਵਿੱਚ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਇਹ ਜਦੋਂ ਤੁਸੀਂ ਇਸ ਕਿਸਮ ਦਾ ਮਾਹੌਲ ਪੈਦਾ ਕਰਦੇ ਹੋ, ਤੁਸੀਂ ਪੁੱਠੇ ਸਿੱਧੇ ਬਿਆਨ ਦੇਣ ਲੱਗ ਜਾਓ ਜੀ, ਉਹਦਾ ਜਿਹੜਾ ਫਾਇਦਾ ਉਹ ਮੁਲਜ਼ਮ ਨੂੰ ਹੁੰਦਾ ਹੈ, ਜ਼ਰੂਰ ਮਿਲਦਾ। ਜੇ ਆਪਾਂ ਵੇਖੀਏ ਸਾਡੇ ਗ੍ਰਹਿ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ, ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਚੱਕ ਦਿਆਂਗੇ ਜੀ ਫੱਟੇ, ਬਿਲਕੁਲ। ਮੁੱਖ ਮੰਤਰੀ ਵੀ ਕਹਿੰਦਾ ਸੀ ਜੀ ਚੱਕ ਦਿਆਂਗੇ ਫੱਟੇ। ਜਿੱਥੋਂ ਤੱਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਸਵਾਲ ਹੈ ਜੀ, ਉਹ ਤਾਂ ਹੱਦਾਂ ਬੰਨੇ ਹੀ ਸਾਰੇ ਟੱਪ ਗਏ ਸੀ। ਉਹ ਤਾਂ ਲਲਕਾਰੇ ਮਾਰ ਕਹਿੰਦਾ ਰਿਹਾ ਦੇਖੋ ਬਾਦਲ ਵਾਲਿਆਂ ਦੇ ਨਾਲ ਜਿਹੜਾ DGP ਰਲਿਆ ਸੀ ਮੈਂ ਬਦਲੀ ਕਰਵਾਈ ਕਿ ਨਹੀਂ ਕਰਵਾਈ। ਮਿਸਟਰ ਸਹੋਤਾ ਬਾਰੇ ਗੱਲ ਕਹਿ ਰਿਹਾ ਸੀ। ਫਿਰ ਉਹ ਕਹਿੰਦਾ ਜਿਸ ਬੰਦੇ ਨੇ ਸੁਮੈਦ ਸੈਣੀ ਨੂੰ, ਜਿਸ ਵਕੀਲ ਨੇ ਸੁਮੈਦ ਸੈਣੀ ਨੂੰ ਬਲੈਂਕਟ ਵੇਲ ਦਵਾਈ, ਉਸ ਬੰਦੇ ਨੂੰ ਮੈਂ ਐਡਵੋਕੇਟ ਜਨਰਲ ਦੇ ਉਹਦੇ ਤੋਂ ਬਦਲਿਆ ਕਿ ਨਹੀਂ ਬਦਲਿਆ ਜੀ, ਦਵਾਇਆ ਕਿ ਨਹੀਂ ਦਵਾਇਆ। ਜਦੋਂ ਇਸ ਗੱਲ ਦੀ ਗੱਲ ਲੰਬੂ ਨਾਲਾ ਹੋਊਗਾ, ਉਹ ਲੰਬੂ ਗੱਲ ਕਰ ਰਿਹਾ, ਕਦੇ ਉਹ ਜੂਸ਼ ਵਾਲੀ ਗੱਲ ਕਰ ਰਿਹਾ, ਕਦੇ ਕੁਛ ਕਰ ਰਿਹਾ, ਇਸ ਕਿਸਮ ਦੀਆਂ ਗੱਲਾਂ ਕਰਦੇ ਆ। ਜਦੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਕੈਪਟਨ ਦੀਆਂ ਪਜਾਮੀਆਂ ਦੇ ਵਿੱਚ ਚੂਹੇ ਛੱਡਾਂਗੇ ਤੇ ਉਹਨੂੰ ਵੀ ਉਦੋਂ ਰਾਹਤ ਮਿਲੀ ਸੀ। ਯਾਦ ਆ ਆਪਾਂ ਨੂੰ ਚੰਗੀ ਤਰ੍ਹਾਂ ਯਾਦ ਆ ਮੈਨੂੰ। ਕੈਪਟਨ ਅਮਰਿੰਦਰ ਸਿੰਘ ਤਾਂ ਉਸ ਵੇਲੇ ਇੰਗਲੈਂਡ ਬੈਠਾ ਸੀ, ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਬੈਠਾ ਸੀ। ਉਹਦੀ ਟੀਮ ਨੇ
ਜਿਹੜੀ ਇੱਥੇ ਪਟੀਸ਼ਨ ਫਾਈਲ ਕੀਤੀ ਸੀ ਜੀ, ਉਸ ਪਟੀਸ਼ਨ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟਸ ਵਾਲੀਆਂ ਜਿੰਨੀਆਂ ਵੀ ਅਖਬਾਰਾਂ ਦੀਆਂ ਕਟੀਆਂ ਸੀ ਜੀ, ਉਹ ਕਟੀਆਂ ਨਾਲ ਲਾਈਆਂ ਸੀ ਕਿ ਜੀ ਇਹ ਸਿਆਸੀ ਬਦਲਾਖੋਰੀ ਦੀ ਗੱਲ ਹੈ ਤੇ ਐਂਟੀਸਪੇਟਰੀ ਬੇਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲ ਗਈ ਸੀ। ਉਹੀ ਚੀਜ਼ ਜਿਹੜੀ ਹੈਗੀ ਹੁਣ ਇੱਥੇ ਕੀ ਹੋਇਆ, ਇੱਥੇ ਸੁਣਵਾਈ ਹੋਣ ਤੋਂ ਬਾਅਦ ਤੁਸੀਂ ਟਿੱਪਣੀਆਂ ਦੇਖੋ ਕੀ ਹੈ। ਚੀਫ ਜਸਟਿਸ ਸਾਹਿਬ ਕੀ ਕਹਿ ਰਹੇ ਹੈ ਪੰਜਾਬ ਸਰਕਾਰ ਦੇ ਵਕੀਲ ਨੂੰ, ਪੰਜਾਬ ਸਰਕਾਰ ਦਾ ਵਕੀਲ ਵੀ ਕੋਈ ਛੋਟਾ ਨਹੀਂ ਜੀ ਜੀ, ਪੀ ਚਿਦੰਬਰਮ ਹੈ। ਹਾਲਾਂਕਿ ਐਡਵੋਕੇਟ ਜਨਰਲ ਹੈਗਾ, ਐਡਵੋਕੇਟ ਜਨਰਲ ਦੇ ਕੋਲ ਇੱਕ ਆਪਣੀ ਟੀਮ ਹੈ ਬਿਲਕੁਲ। ਉਸ ਟੀਮ ਦੇ ਹੁੰਦਿਆਂ ਹੋਇਆਂ ਤੁਸੀਂ ਜੇ ਇੱਕ ਪ੍ਰਾਈਵੇਟ ਵਕੀਲ ਲੈਣੇ ਹੋ, ਹਾਇਰ ਕਰਦੇ ਹੋ, ਤਾਂ ਉਹ ਕਾਹਦੀ ਖਾਤਰ ਹਾਇਰ ਕਰਦੇ ਹੋ ਕਿ ਦੂਜੇ ਪਾਸੇ ਵੱਡੇ ਵਕੀਲ ਹੈ, ਅਸੀਂ ਵੀ ਵੱਡਾ ਵਕੀਲ ਕਰੀਏ। ਪੈਸਾ ਕਿੱਥੋਂ ਦੇਣਾ? ਪੈਸਾ ਨਾ ਤਾਂ ਬਿਕਰਮ ਸਿੰਘ ਮਜੀਠੀਆ ਦੇ ਘਰੋਂ ਜਾਣਾ, ਨਾ ਚਰਨਜੀਤ ਸਿੰਘ ਚੰਨੀ ਦੇ ਘਰੋਂ ਜਾਣਾ, ਨਾ ਉਹ ਇਹਨਾਂ ਤੋਂ ਜਾਣਾ ਤੁਹਾਡਾ ਸਿੱਧੂ ਸਾਹਿਬ ਤੋਂ। ਤਾਂ ਸਰਕਾਰ ਤੋਂ ਨਹੀਂ, ਇਹਨਾਂ ਲੋਕਾਂ ਦਾ ਜਾਣਾ। ਲੋਕਾਂ ਨੇ ਜਿਹੜੇ ਖਜ਼ਾਨੇ 'ਚ ਪੈਸੇ ਜਮ੍ਹਾਂ ਕੀਤੇ, ਲੋਕਾਂ ਦੇ ਟੈਕਸਾਂ ਦੇ ਦਿੱਤੇ ਵੀ। ਤੁਸੀਂ ਆਪ ਦੀ ਗੱਲ ਕਰਦੇ ਹੋ, ਔਰ ਉਹਦੇ ਤੁਸੀਂ ਦੇਖੋ ਕਿ ਉਹਨਾਂ ਨੇ ਬੜੀ ਸਖਤੀ ਨਾਲ ਕਿਹਾ ਜੀ ਕਿ ਸ਼੍ਰੀਮਾਨ ਇਹ ਦੱਸੋ ਕਿ ਜਦੋਂ ਚੋਣਾਂ ਨੇੜੇ ਹੁੰਦੀਆਂ ਉਦੋਂ ਪਰਚੇ ਕਿਉਂ ਦਰਜ ਹੋਣ ਲੱਗੇ? ਬਿਲਕੁਲ। ਇਹ ਕਾਹਦੀ ਖਾਤਰ ਤੁਸੀਂ ਪਰਚੇ ਇਸ ਕਿਸਮ ਦੇ ਸੰਗੀਨ ਇਲਜ਼ਾਮਾਂ ਦੀ ਖਾਤਰ ਆਪਣੇ ਇਲਜ਼ਾਮਾਂ ਦੇ ਤਹਿਤ ਕਰਦੇ ਜੀ ਜੀ। ਔਰ ਨਾਲ ਇੱਕ ਉਹਨਾਂ ਨੇ ਹਵਾਲਾ ਹੋਰ ਵੀ ਦਿੱਤਾ ਸੀ ਕਿ ਇੱਕ ਹੋਰ ਕੇਸ ਵੀ ਆਉਣ ਵਾਲਾ ਹੈ ਜੀ। ਇੱਕ ਹੋਰ ਕੇਸ ਦੀ ਸੁਣਵਾਈ ਵੀ ਕਹਿੰਦੇ ਅਗਲੇ ਦਿਨ ਹੋਣੀ ਹੈ, ਤੇ ਅੱਜ ਹੋਈ ਹੈ ਸੁਣਵਾਈ। ਅੱਛਾ ਜੀ। ਉਹ ਹੋਈ ਹੈ ਤੁਹਾਡੀ ਬੈਂਸਪੁਰਾ ਵਾਲੀ, ਸਿਮਰਜੀਤ ਬੈਂਸ ਦੇ ਖਿਲਾਫ ਬਲਾਤਕਾਰ ਵਾਲੇ ਕੇਸ ਦੇ ਵਿੱਚ ਉਹਦੇ ਖਿਲਾਫ ਥੱਲਿਓਂ ਜਿਹੜੀ ਹੈਗੀ ਹੈ ਭਗੌੜਾ ਹੁਣ ਦਿੱਤਾ ਨਹੀਂ ਗਿਆ ਅਜੇ ਤੱਕ, ਉਹ ਪ੍ਰੋਸੈਸ ਸ਼ੁਰੂ ਹੋ ਗਿਆ। ਭਗੌੜਾ ਕਰਾਰ ਦੇਣ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਵੀ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ। ਕੋਈ ਬੀਬੀ ਨੇ ਇਲਜ਼ਾਮ ਲਾਇਆ ਸੀ ਔਰ ਉਹ ਅੱਜ ਮਾਮਲਾ ਉੱਥੇ ਪੇਸ਼ ਹੋਇਆ। ਉਹਦੇ ਵਿੱਚ ਵੀ ਉਹਨੂੰ ਕੁਝ ਦਿਨਾਂ ਦੀ ਰਿਲੀਫ ਦਿੱਤੀ ਹੈ ਜੀ ਕਿ ਉਹਨੇ ਦੇਰ ਤੱਕ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਜੇ ਉਨੀ ਕੁ ਰਿਲੀਫ ਮਿਲ ਗਈ ਤਾਂ ਉਹਨੂੰ ਬਹੁਤ ਮਿਲ ਗਈ ਤੇ ਅੱਗੇ ਹੋਰ ਵੀ ਮਿਲ ਸਕਦੀ ਹੈ। ਇਹੀ ਕੁਝ ਬਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਹੋਇਆ। ਹੁਣ ਬਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਕੀ ਹੋਇਆ ਕਿ ਮਾਣਯੋਗ ਅਦਾਲਤ ਨੇ ਕਹਿ ਦਿੱਤਾ ਚਿਦੰਬਰਮ ਸਾਹਿਬ ਨੂੰ ਕਿ ਆਪਣੀ ਸਰਕਾਰ ਨੂੰ ਕਹੋ ਜੀ, ਕਨਵੇ ਕਰੋ ਆਪਦੀ ਸਰਕਾਰ ਨੂੰ ਕਿ 23 ਫਰਵਰੀ ਤੱਕ ਜੀ, 20 ਫਰਵਰੀ ਨੂੰ ਚੋਣਾਂ ਹੋਣੀਆਂ, 23 ਫਰਵਰੀ ਤੱਕ ਬਿਕਰਮ ਮਜੀਠੀਆ ਨੂੰ ਹੱਥ ਨਹੀਂ ਲਾਉਣਾ। ਅੱਛਾ ਜੀ। ਇੱਕ ਤੇ ਦੂਜੀ ਗੱਲ ਇਹ ਗੱਲ ਕਹਿ ਦਿੱਤੀ ਹੈ ਕਿ ਮਿਸਟਰ ਬਿਕਰਮ ਮਜੀਠੀਆ 23 ਤਾਰੀਖ ਦੀ ਮਿਆਦ ਪੂਰੀ ਹੋਣ ਤੇ ਜਿਹੜੀ ਆਪਣਾ ਇਲਾਕਾ ਮੈਜਿਸਟ੍ਰੇਟ ਹੈ ਉਹਦੇ ਕੋਲ ਜਾ ਕੇ ਸਰੈਂਡਰ ਕਰੇ, ਸਰੈਂਡਰ ਕਰਕੇ ਤੇ ਰੈਗੂਲਰ ਬੇਲ ਵੀ ਅਪਲਾਈ ਕਰੇ ਜੀ। ਔਰ ਨਾਲ ਅਗਲੀ ਗੱਲ, ਹੁਣ ਇਹ ਗੱਲ ਪੜ੍ਹ ਕੇ ਅੱਜ ਨਵਜੋਤ ਸਿੰਘ ਸਿੱਧੂ ਤੇ ਬਾਕੀ ਸਾਰੇ ਕਹੀ ਜਾਂਦੇ ਆ ਜੀ ਇਹਨੇ ਤਾਂ ਜੇਲ੍ਹ ਜਾਣਾ 23 ਤਰੀਕ ਤੋਂ ਬਾਅਦ ਚਲਾ ਜਾਊਗਾ, ਪਰ ਉਹ ਅਗਲੀ ਲਾਈਨ ਵੀ ਪੜ੍ਹ ਲਓ। ਅਗਲੀ ਲਾਈਨ ਦੇ ਵਿੱਚ ਇਹ ਲਿਖਿਆ ਕਿ ਲੋਅਰ ਕੋਰਟ ਨੂੰ ਹਦਾਇਤ ਕੀਤੀ ਜਾਂਦੀ ਕਿ ਮਾਮਲੇ ਦਾ ਨਿਪਟਾਰਾ ਛੇਤੀ ਕੀਤਾ ਜਾਵੇ। ਹੁਣ ਤੁਸੀਂ ਇਹ ਦੇਖੋ ਕਿ ਪੁਲਿਸ ਕਸਟਡੀ 'ਚ ਤਾਂ ਬੰਦਾ ਜਾ ਹੀ ਨਹੀਂ ਸਕਦਾ। ਜੇਲ੍ਹ ਤਾਂ ਰੈਸਟ ਹਾਊਸ ਹੈ, ਜੇਲ੍ਹਾਂ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ। ਸਰਕਾਰ ਕੰਮ ਚਲਾਊ ਹੈ ਜੀ। 20 ਤਾਰੀਖ ਨੂੰ ਚੋਣਾਂ ਹੋ ਜਾਣਗੀਆਂ, 20 ਤਾਰੀਖ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਲੱਗ ਜਾਣਾ ਕਿ ਅਗਲੀ ਸਰਕਾਰ ਕਿਹਦੀ ਬਣਨੀ ਹੈ। ਬਿਲਕੁਲ। ਜੇ ਇਹ ਆ ਗਿਆ ਕਿ ਅਗਲੀ ਸਰਕਾਰ ਤਾਂ ਜੀ ਮਜੀਠੀਆ ਸਾਹਿਬ ਦੀ ਪਾਰਟੀ ਦੀ ਬਣਨੀ ਹੈ, ਤੁਹਾਨੂੰ ਤਾਂ ਹਾਰ ਪਾ ਕੇ ਉੱਖਣਗੇ, ਆਓ ਜੀ ਬੈਠੋ ਜੀ ਬੈਠੋ। ਹਾਂ, ਤੁਸੀਂ ਤੁਹਾਨੂੰ ਦੱਸੋ ਕਿਹੜੀਆਂ ਚੀਜ਼ਾਂ ਚਾਹੀਦੀਆਂ। ਨਾਲ ਦੀ ਨਾਲ ਹੀ ਮਜੀਠੀਆ ਅੰਦਰ ਜਾਊਗਾ, ਉਸ ਤੋਂ ਬਾਅਦ ਮਜੀਠੀਆ ਫਿਰ ਬਿਮਾਰ ਹੋ ਜਾਊਗਾ, ਫਿਰ ਉਹਨੂੰ ਕਰੇਗਾ ਜੀ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਭੇਜ ਦਿਓ। ਠੀਕ ਹੈ, ਸਾਰਾ ਕੁਝ ਕਰਨਾ ਕਰਾਉਣਾ ਉਹਨੂੰ ਅਦਾਲਤ ਦੇ ਵਿੱਚ ਹੋ ਜਾਣਾ ਤੇ ਅਗਲੀ ਵਾਰੀ ਸ਼ਾਇਦ ਮੇਰਾ ਖਿਆਲ ਵੀ ਨਾ ਜੇ ਸਰਕਾਰ ਉਹ ਬਣਦੀ ਹੈ ਤੇ ਉਹ ਤੋਂ ਅਗਲੀ ਪੇਸ਼ੀ ਜਿਹੜੀ ਹੁੰਦੀ ਹੈ ਉੱਥੇ ਸ਼ਾਇਦ ਉਸੇ ਤਰੀਕੇ ਜਿਵੇਂ ਬਾਦਲਾਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਬਣਾਇਆ ਸੀ ਕੇਸ ਸੋਮੇ ਤੋਂ ਵੱਧ ਜਾਇਦਾਦ ਦਾ, ਤੇ ਜਦੋਂ ਬਾਦਲਾਂ ਦੀ ਸਰਕਾਰ ਬਣ ਗਈ ਸੀ ਜਿਹੜੇ ਵਕੀਲ ਕਹਿੰਦੇ ਸੀ ਜੀ ਬਾਦਲ ਤਾਂ ਇਸ ਤਰ੍ਹਾਂ, ਜਿਹੜੇ ਅਫਸਰ ਕਹਿੰਦੇ ਸੀ ਜੀ ਆ ਦੇਖੋ ਇੰਨਾ ਮਾਲ ਆ ਗਿਆ ਆਪਣੇ ਸਾਹਮਣੇ ਕਿਵੇਂ ਰੱਸੀਆਂ ਧਰ ਥਾਵਾਂ ਮੈਨੂੰ ਦੋ। ਬਿਲਕੁਲ। ਉਹ ਬਾਅਦ ਦੇ ਵਿੱਚ ਕਹਿੰਦੇ ਨਾ ਜੀ ਨਾ ਤਾਂ ਸਿਆਸੀ ਬਦਲਾਖੋਰੀ ਨਾਲ ਬਣਾਇਆ ਵਾ ਕੇਸ, ਕੇਸ 'ਚ ਦਾਮੀ ਕੋਈ ਹੈ ਨਹੀਂ। ਸਰਕਾਰੀ ਵਕੀਲ ਵੀ ਜਾ ਕੇ ਬਹਿਸ ਕਰਨ ਲੱਗੇ, ਕੇਸ 'ਚ ਦਾਮੀ ਕੋਈ ਹੈ ਨਹੀਂ, ਤੇ ਇਕੱਲੇ ਕਰਕੇ ਸਾਰੇ ਗਵਾਹ ਮੁੱਕਰ ਗਏ ਸੀ। ਆਈਜੀ ਤੱਕ, DIG ਤੱਕ, ਆ ਜਿਹੜੇ ਆਪਣੇ ਚਟੋਪਾਧਿਆ ਸਾਹਿਬ ਜਿਹਨਾਂ ਨੂੰ ਕਹਿੰਦੇ ਸੀ ਬਹੁਤ ਇਮਾਨਦਾਰ ਅਫਸਰ ਹੈ, ਇਹ ਵੀ ਗਵਾਹੀ ਮੁੱਕਰ ਗਏ ਸੀ ਆਪਦੀ। ਅੱਛਾ ਜੀ। ਸੁਰਿੰਦਰਪਾਲ ਸਿੰਘ ਬਿਰਕ ਵੀ ਗਵਾਹੀ ਮੁੱਕਰ ਗਿਆ ਸੀ। ਔਰ ਇਹਨਾਂ ਦੇ ਖਿਲਾਫ ਜਿਹੜੇ ਉਹ ਸਪੈਸ਼ਲ ਜੱਜ ਸੀ ਉਹਨਾਂ ਨੇ ਕਿਹਾ ਸੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਬਕਾਇਦਾ ਇਹਨਾਂ ਦੇ ਖਿਲਾਫ ਕੰਪਲੇਂਟ ਦਰਜ ਕੀਤੀ ਸੀ। ਫਿਰ ਇਹਨਾਂ ਨੂੰ ਹਾਈ ਕੋਰਟ 'ਚੋਂ ਰਿਲੀਫ ਮਿਲੀ ਸੀ ਵਗੈਰਾ ਚੱਲਦਾ ਰਿਹਾ ਉਵੇਂ। ਹੁਣ ਇਹੀ ਕੁਝ ਕੈਪਟਨ ਅਮਰਿੰਦਰ ਸਿੰਘ ਵੇਲੇ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਤਾਂ ਮੁਕੱਦਮੇ ਬਣਾਏ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਪਰ ਉਹ ਨਾਲ ਦੀ ਨਾਲ ਹੀ ਸਾਰੇ ਮੁਕੱਦਮੇ ਉਹ ਵਾਪਸ ਲੈ ਲਏ। ਉਹੀ ਵਿਜੀਲੈਂਸ ਵਾਲਾ ਜਿਹਦਾ ਸੈਨੀ ਜ਼ਿਕਰ ਕਰਦਾ ਉਹ ਕੇਸ ਵੀ ਵਾਪਸ ਲੈ ਲਿਆ ਸੀ। ਇਹ ਮਤਲਬ ਇਸ ਤਰ੍ਹਾਂ ਪਤਾ ਨਹੀਂ ਕਿੱਧਰ ਰੁਕੀ ਕੁਛ ਆਵੇਂ। ਪਰ ਅਗਲੀ ਗੱਲ ਜਿਹੜੀ ਆਪਾਂ ਨੂੰ ਯਾਦ ਰੱਖਣ ਵਾਲੀ ਗੱਲ ਹੈ ਕਿ ਮਿਸਟਰ ਬਿਕਰਮ ਸਿੰਘ ਮਜੀਠੀਆ ਜੇ ਜਾਊਗਾ ਤਾਂ ਉਹਦੇ ਜਾਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਿਹੜੀ ਵੱਡੀ ਗੱਲ ਸੀ ਜੀ ਉਹ ਸੀ ਕਿ ਉਹ ਬੰਦਾ ਕੰਪੇਨ ਨਾ ਕਰ ਸਕੇ। ਹੁਣ ਕੰਪੇਨ ਕਰਨ ਦੀ ਉਹਨੂੰ ਪੂਰੀ ਖੁੱਲ੍ਹ ਮਿਲ ਗਈ ਜੀ। ਹੁਣ ਅਗਲੀ ਗੱਲ ਜਿਹੜੀ ਹੈ ਦਾਨੇ ਵਾਲੀ ਜਿਹੜੀ ਮੈਂ ਤਾਂ ਅੱਜ ਵੇਖ ਰਿਹਾ ਸ਼ੁਗਲੇ ਹੀ ਬੜੇ ਕਰਾਉਂਦਾ, ਉਹ ਤਾਂ ਜੀ ਬੜਾ ਲਵਾਉਂਦਾ ਬਿਕਰਮ ਮਜੀਠੀਆ।
ਹਾਂ ਨਹੀਂ ਤੁਸੀਂ ਇੱਕ ਹੋਰ ਦੇਖੋ, ਮੈਂ ਅਗਲੀ ਗੱਲ ਕਹਿਣੀ ਚਾਹੁੰਦਾ ਜੀ ਕਿ ਜਿਹੜੇ ਗੱਲ ਕਹਿੰਦੇ ਨੇ ਕਿ ਇਹਨੂੰ ਜਿਹੜੀ ਹੈਗੀ ਜੀ ਥੱਲੋਂ ਕੋਈ ਰਿਲੀਫ ਨਹੀਂ ਮਿਲੀ। ਹਾਈ ਕੋਰਟ ਦੇ ਵਿੱਚ ਬਹੁਤ ਸਾਰੇ ਸੱਜਣ ਸਾਡੇ ਕਹਿੰਦੇ ਜੀ ਰਿਲੀਫ ਨਹੀਂ ਮਿਲੀ ਤਾਂ ਅੰਦਰ ਜਾਊਗਾ। ਹਾਈ ਕੋਰਟ ਚੋਂ ਜਿੰਨੀ ਮੈਕਸਿਮਮ ਰਿਲੀਫ ਚਾਹੀਦੀ ਸੀ ਉਹਨੂੰ ਮਿਲ ਚੁੱਕੀ ਹੈ। ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਵਾ ਲਿਆ। ਮਾਨਯੋਗ ਸੁਪਰੀਮ ਕੋਰਟ ਨੇ ਇਹ ਨਹੀਂ ਕਿਹਾ ਕਿ ਤੂੰ ਪੁਲਿਸ ਕੋਲ ਸਰੈਂਡਰ ਕਰ, ਅਦਾਲਤ ਚ ਆਖਿਆ ਪੁਲਿਸ ਜੇ ਹੁਣ ਜਾ ਕੇ ਉੱਥੇ ਲਊਗਾ ਉਹਦਾ ਰਿਮਾਂਡ ਮੰਗੂਗੀ ਤਾਂ ਰਿਮਾਂਡ ਉਹਦੇ ਵਕੀਲ ਫਿਰ ਉੱਥੇ ਆ ਜਾਣਗੇ। ਉਹ ਕਹਿਣਗੇ ਜੀ ਕਾਹਦਾ ਰਿਮਾਂਡ, ਉਹ ਤਾਂ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰ ਚੁੱਕੇ। ਸੁਪਰੀਮ ਕੋਰਟ ਨੇ ਕਹਿੰਦਾ ਤੁਸੀਂ ਆਪਣੀ ਹੇਠਲੀ ਅਦਾਲਤ ਜਾ ਕੇ ਸਰੈਂਡਰ ਕਰੋ, ਸਰੈਂਡਰ ਕਰਤਾ, ਬੇਲ ਐਪਲੀਕੇਸ਼ਨ ਲਾਤੀ, ਐਪਲੀਕੇਸ਼ਨ ਦਾ ਨਿਪਟਾਰਾ ਕਰੋ। ਸੋ ਗੱਲ ਇਹ ਕਿ ਜਿਹੜਾ ਉਹ ਚਾਹੁੰਦਾ ਸੀ ਉਹ ਹੋ ਗਿਆ ਜੀ। ਬਿਲਕੁਲ ਜੋ ਚਾਹੁੰਦੇ ਸੀ, ਪਰ ਉਹੀ ਗੱਲ ਹੈ ਨਾ ਵੀ ਜੇ ਇਹ ਸੁਖਪਾਲ ਖਹਿਰਾ ਨਹੀਂ ਵੀ ਜਿਹੜੇ ਨੂੰ 78 ਦਿਨ ਲਵਾ ਦੇਣਗੇ। ਇਹ ਵੀ ਚਰਚਾ ਚੰਡੀਗੜ੍ਹ ਦੀਆਂ ਸਭ ਜਿਹੜੇ ਹਲਕਿਆਂ 'ਚ ਸਿਆਸੀ ਹਲਕਿਆਂ ਉਹ ਸੁਖਪਾਲ ਖਹਿਰਾ ਤਾਂ ਜੇ ਸੁਖਪਾਲ ਖਹਿਰਾ ਵੀ ਚਾਹੁੰਦਾ ਉਦੋਂ ਵੀ ਬਚ ਸਕਦਾ ਸੀ। ਉਹ ਵੀ ਬਚ ਸਕਦਾ ਸੀ। ਸੁਖਪਾਲ ਖਹਿਰਾ ਤਾਂ ਆਪਦੀ ਆਪ ਹੀ ਉੱਠ ਗਿਆ। ਉਹ ਤਾਂ ਈਡੀ ਵਾਲਿਆਂ ਕੋਲੇ ਉੱਠ ਗਿਆ ਵੀ ਯਾਰ ਤੁਸੀਂ ਫਿਰ ਜਿਹੜੇ ਆਏ ਹੋ ਅੱਜ ਚਲੋ ਆ ਮੇਰੀ ਵੀ ਬਿਆਨ ਲੈ ਲਓ, ਜਿਹੜਾ ਲੈਣਾ ਕਰਨਾ ਕਰਕੇ ਉਹਦੇ ਤੁਸੀਂ ਚਾਹੀਦੇ ਆਈ ਜਾ ਫਿਰ। ਹਾਂ ਉਹ ਤਾਂ 78 ਦਿਨ ਉਹਨੂੰ ਇਸ ਕਰਕੇ ਲੱਗ ਗਏ। ਜੇ ਆਪਾਂ ਕਹਿ ਦਈਏ ਆਪਣੀ ਕਮੀ ਪੇਸ਼ੀ ਤਾਂ ਖਹਿਰਾ ਸਾਹਿਬ ਕੋਲੇ ਵੀ ਕੋਈ ਹੈ ਨਹੀਂ ਨਾ ਉਹਨਾਂ ਦੇ ਕੋਲੇ ਵੀ ਵਕੀਲ ਆ, ਉਹ ਆਪ ਵੀ ਵਕੀਲ ਹੈ, ਬੇਟਾ ਵੀ ਵਕੀਲ ਹੈ ਉਹਨਾਂ ਦਾ। ਪਰ ਗੱਲ ਨੇ ਕਿ ਉਹ ਮੇਰੇ ਯਾਦ ਹੈ ਕਿ ਮੈਂ ਇੱਕ ਹੋਰ ਕਿਸੇ ਪਲੇਟਫਾਰਮ ਤੇ ਗੱਲ ਕਰਦਾ ਹੁੰਦਾ, ਉੱਥੇ ਇੱਕ ਬੀਬੀ ਹੈ ਤਾਂ ਇੱਥੋਂ ਆਪਣੇ ਉਹਨਾਂ ਦਾ ਪਿੰਡ ਹੈਗਾ ਢੁੱਡੀ ਕੇ, ਉਹ ਕੈਲਗਰੀ ਰਹਿੰਦੇ ਹੈ। ਇੱਕ ਦਿਨ ਮੈਂ ਇਸੇ ਪ੍ਰੋਗਰਾਮ ਤੇ ਇਹੀ ਇਸੇ ਗੱਲ ਨੂੰ ਲੈ ਕੇ ਗੱਲ ਕਰਦੀ, ਉਹ ਕਹਿੰਦੀ ਭਾਈ ਗੱਲ ਸੁਣੋ, ਕਹਿੰਦੀ ਕਹਾਵਤ ਸੁਣੀ ਹੈ। ਮੈਂ ਕਿਹਾ ਕੀ ਜੀ? ਕਹਿੰਦੀ ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ। ਇਹ ਵੱਡੀਆਂ ਮਿਰਚਾਂ ਦਾ ਕੁਛ ਨਹੀਂ ਹੁੰਦਾ। ਕਹਿੰਦੀ ਕਿਉਂ ਐਵੇਂ ਭਕਾਈ ਮਾਰੀ ਜਾਂਦੇ ਤੁਸੀਂ ਆਪਣੇ ਸਾਹਮਣੇ ਉਹੀ ਗਣਗੁਣਾਉਂਦੇ ਫਿਰਦੇ। ਹੁਣ ਉਹ ਇਲੈਕਸ਼ਨ ਲੜਨ ਦੀ ਤਿਆਰੀ ਹੈ ਜੀ। ਸਗੋਂ ਬਿਕਰਮ ਮਜੀਠੀਆ ਤਕੜਾ ਹੋ ਗਿਆ। ਹੁਣ ਉਹ ਕਹਿੰਦਾ ਮੈਂ ਲੜੂਗਾ ਸਿੱਧੂ ਦੇ ਖਿਲਾਫ। ਹਾਂ ਕਿਉਂਕਿ ਬਿਲਕੁਲ ਸਿੱਧੂ ਨੇ ਬਿਆਨ ਦਿੱਤਾ ਸੀ ਨਾ। ਸਿੱਧੂ ਨੇ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ, ਉਹਦੇ ਨੇ ਕਹਿਤਾ ਸੀ ਕਿ ਜੇ ਇਹਨੇ ਚੋਣ ਲੜਨੀ ਹੈ ਤਾਂ ਫਿਰ ਇਹ ਮਜੀਠਾ ਛੱਡੇ। ਮੇਰੇ ਖਿਲਾਫ ਘਰ ਵਾਲੀ ਆ ਗਈ, ਫਿਰ ਉਹਦੇ ਘਰ ਵਾਲੀ ਆ ਗਈ। ਉਹ ਗਨੀਪ ਕੌਰ ਨੇ ਕੱਲ ਨੋਮੀਨੇਸ਼ਨ ਪੇਪਰ ਫਾਈਲ ਕੀਤੇ, ਅੱਜ ਉਹਨੇ ਕਹਿਤਾ ਵੀ ਯਾਰ ਲਓ ਜੀ ਆ ਗਿਆ, ਵਿਹਲਾ ਹੋ ਗਿਆ ਵਿਹਲਾ ਹੋ ਕੇ ਮੈਂ ਤੁਹਾਡਾ ਮੁਕਾਬਲਾ ਕਰੂੰਗਾ। ਔਰ ਇਹ ਪਤਾ ਆਪਣੇ ਕੀ ਹੈ, ਜਦੋਂ ਕਿਸੇ ਬੰਦੇ ਤੇ ਨਿੱਕੀ ਮੋਟੀ ਇਸ ਕਿਸਮ ਦੀ ਗੱਲ ਹੋਵੇ ਲੋਕਾਂ ਦੀ ਹਮਦਰਦੀ ਹੋ ਜਾਂਦੀ ਹੈ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਜੇ 22 ਦੀ ਵੀ ਉਹਨੇ 4 ਦਿਨ ਵੀ ਅੰਦਰ ਲਾ ਲਏ ਤਾਂ ਉਹ 4 ਦਿਨ ਅੰਦਰ ਲਾਏ ਉਹਨੂੰ ਬੈਨੀਫਿਟ ਹੈ ਬਿਲਕੁਲ ਜੀ। ਸੋ ਕੀ ਲੱਗਦਾ ਢਿੱਲੋਂ ਸਾਹਿਬ ਜਿਵੇਂ ਗਨੀਪ ਕੌਰ ਉੱਤਰ ਗਈ ਹੈ ਤੇ ਮਜੀਠਾ ਇੱਧਰ ਆ ਗਿਆ, ਇਹ ਕੀ ਸਿਆਸੀ ਤੁਸੀਂ ਇਹਨੂੰ ਡਿਵੈਲਪਮੈਂਟ ਦੇਖਦੇ ਹੋ? ਗੱਲ ਤਾਂ ਇੱਕੋ ਹੀ ਹੈ, ਗਨੀਪ ਕੌਰ ਦੀ ਕੋਈ ਐਡੀ ਵੱਡੀ ਗੱਲ ਤਾਂ ਹੈ ਨਹੀਂ ਵੀ ਜਿਵੇਂ ਤੁਸੀਂ ਕਹੋ ਵੀ ਮਜੀਠੇ ਦੀ ਐਬਸੈਂਸ ਹੋ ਜੂਗੀ ਉਸ ਹਲਕੇ। ਨਹੀਂ ਐਬਸੈਂਸ ਹੈ ਹੀ ਨਹੀਂ ਗੀ। ਦੇਖੋ ਗੱਲ ਕੀ ਹੈ ਕਿ ਜਿਹੜਾ ਉਹ ਹਲਕਾ ਮਜੀਠਾ ਹਲਕਾ ਪੂਰੀ ਤਰ੍ਹਾਂ ਉਹਨੇ ਬਣਾਇਆ ਆਪਦਾ। ਮਜੀਠਾ ਹਲਕੇ ਦੇ ਵਿੱਚ ਦਾਨੇਵਾਲੀਆ ਸਾਹਿਬ ਆਪਾਂ ਠੀਕ ਹੈ ਇੱਥੇ ਕਹਿ ਦਿੰਦੇ ਹਾਂ ਵੀ ਆਹ ਫਲਾਣੇ ਨੇ ਆਪਦਾ ਹਲਕਾ ਬਣਾਇਆ। ਮੈਨੂੰ ਜੋ ਇਨਫੋਰਮੇਸ਼ਨ ਉੱਥੋਂ ਮਿਲੀ ਹੈ ਉਹ ਕਹਿੰਦੇ ਜੀ ਉਹਦੇ ਮਜੀਠੇ ਹਲਕੇ ਦੇ ਵਿੱਚ ਤਾਂ ਉਹਨੇ ਹਰ ਪਿੰਡ ਦੇ ਵਿੱਚ ਉਹਨੇ ਇਸ ਕਿਸਮ ਦਾ ਆਪਦਾ ਜਿਹੜਾ ਹੈਗਾ ਤੰਤਰ ਬਣਾਇਆ ਹੋਇਆ ਹੈ ਕਿ ਕਿਸੇ ਨੂੰ ਕੋਈ ਕੰਮ ਧੰਦਾ ਉਹ ਬੰਦੇ ਨਾਲ ਦੀ ਨਾਲ ਫੋਨ ਕਰੋ ਤੁਸੀਂ, ਉਹਨਾਂ ਦਾ ਉਹਦਾ ਜਿਹੜਾ ਹੈਗਾ ਇੰਚਾਰਜ ਲਾਇਆ ਵਾ 5-7 ਪਿੰਡਾਂ ਦਾ, ਉਹ ਬੰਦਾ ਨਾਲ ਦੀ ਨਾਲ ਜਾਂਦਾ, ਜਾ ਕੇ ਜਿੱਥੇ ਠਾਣੇ ਠੱਪੇ ਜਾਣਾ ਹੁੰਦਾ ਜਾ ਕੇ ਕੰਮ ਕਰਾਉਂਦਾ। ਔਰ ਇਹ ਗੱਲ ਤਾਂ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ, ਕੈਬਨਿਟ 'ਚ ਰੌਲਾ ਪਾਇਆ ਸੀ। ਕੈਬਨਿਟ ਦੇ ਵਿੱਚ ਸੁੱਖੀ ਰੰਧਾਵੇ ਨੇ ਪਾਇਆ ਸੀ ਜੀ ਮੈਂ ਕੈਬਨਿਟ ਮੰਤਰੀ, ਅਸੀਂ ਸਾਡੇ ਮਿੱਤਰ ਕੈਬਨਿਟ ਮੰਤਰੀ ਹੈ ਸਾਰੇ। ਅਸੀਂ ਜਦੋਂ ਜਾਂਦੇ ਹਾਂ ਤੇ ਅਸੀਂ ਸਾਡੀਆਂ ਗੱਡੀਆਂ ਦਾ ਸਿੱਧੀਆਂ ਤੁਰੀਆਂ ਜਾਂਦੀਆਂ, ਜਿੱਧਰ ਨੂੰ ਬਿਕਰਮ ਸਿੰਘ ਮਜੀਠੀਆ ਜਾਂਦਾ ਹੈ ਰਾਹ 'ਚ ਰੂਟ ਕਿਵੇਂ ਲੱਗਿਆ ਹੁੰਦਾ। ਉਹ ਜਿਹੜੇ ਰੂਟ ਲੱਗਦੇ ਸੀ, ਰੂਟ ਲੱਗਣ ਦਾ ਮਤਲਬ ਇਹ ਹੈ ਕਿ ਬੰਦਾ ਕੋਈ VIP ਹੈ, ਉਹਦੇ ਨਾਲ ਜੋ ਬਲੈਕ ਕੈਟ ਕਮਾਂਡੋਜ਼ ਹੈਗੇ ਆ ਉਹ ਚੱਲਦੇ ਆ, ਨਾਲ 5-7 ਗੱਡੀਆਂ ਚੱਲਦੀਆਂ ਤੇ ਬੂਮਾਨਸ ਪਈ ਹੁੰਦੀ ਹੈ। ਬਿਲਕੁਲ ਉਹਦੇ ਨਾਲ ਜਿਹੜਾ ਹੈਗਾ ਟੌਰ ਟੱਪਾ ਬੜਾ ਹੁੰਦਾ। ਜਿਹੜੇ ਡਿਪਟੀ SP ਲੈਵਲ ਦੇ ਬੰਦੇ ਆ ਉਹ ਕਹਿੰਦੇ ਵੀ ਆਪਾਂ ਕੌਣ, ਉਹ ਅਗਲੇ ਕਹਿੰਦੇ ਆਪਾਂ ਅਗਲੀ ਗੱਲ ਦਾਨੇਵਾਲੀਆ ਸਾਹਿਬ ਇਹ ਵੀ ਦੇਖਣਾ, ਮੈਂ ਕਿਹਾ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, 10 ਨਹੀਂ ਮੈਂ ਤਾਂ 15 ਲਾਊਂ, 1997 ਤੋਂ ਲੈ ਕੇ 2002 ਤੱਕ ਉਸ ਵੇਲੇ ਦੇ ਜਿਹੜੇ ਬੰਦੇ ਭਰਤੀ ਹੋਏ ਹੈ, ਜਿਹੜੇ ਉਸ ਵੇਲੇ ਦੇ ਥਾਣੇਦਾਰ ਭਰਤੀ ਹੋਏ DSP SP ਹੈ ਇਸ ਵੇਲੇ, ਠੀਕ ਹੈ। ਫਿਰ ਤੁਹਾਡਾ ਜਿਹੜਾ ਹੈਗਾ 7 ਤੋਂ ਲੈ ਕੇ 17 ਤੱਕ 7 ਤੋਂ ਲੈ ਕੇ 17 ਤੱਕ ਜਿਹੜੇ ਅਫਸਰ ਹੈ, ਕਿਹੜਾ ਅਫਸਰ ਹੈ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਜਾਣਦਾ? ਬਿਕਰਮ ਸਿੰਘ ਮਜੀਠੀਆ ਨਹੀਂ ਜਾਣਦਾ। ਇਹ ਆਪਾਂ ਜਾਣਦੇ ਹਾਂ ਵੀ ਮਾਝੇ ਦੇ ਵਿੱਚ ਜਿਹੜੇ ਬੰਦੇ ਲੱਗੇ ਅਫਸਰ, ਉਹ ਮਾਝੇ ਵਾਲੇ ਕਦੇ ਇੱਧਰ ਮਾਲਵੇ ਵਾਲੇ ਪਾਸੇ ਨਹੀਂ ਆਉਂਦੇ। ਉਹ ਤਾਂ ਚਲੋ ਇੱਧਰ ਵੀ ਐਤਕੀ ਆਹ ਸੀ ਤੇ ਦੂਜੀ ਸੀ। ਅੱਧੀ ਤਾਂ ਕੈਬਨਿਟ ਹੈ ਜਿਹੜੀ ਹੋਣ ਵਾਲੀ ਕੈਬਨਿਟ ਵੀ, ਅੱਧੀ ਕੈਬਨਿਟ ਤਾਂ ਮਜੀਠੀਆ ਹੋਰਾਂ ਦਾ ਪਾਣੀ ਭਰਦੀ ਹੈ। ਉਹਨਾਂ ਨੇ ਆਪਦਾ ਬਣਾਇਆ ਉੱਥੇ, ਲੋਕ ਉਹਨਾਂ ਦੇ ਉਹ ਲੋਕਾਂ ਨੂੰ ਉਹਨਾਂ ਨੇ ਆਪਣੀ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਤਦੂਆ ਜਾਲ 'ਚ ਲਪੇਟਿਆ ਹੋਇਆ ਉੱਥੇ। ਉਹ ਚਾਹੇ ਗੁਰਨੀਪ ਕੌਰ ਲੜੇ ਚਾਹੇ ਬਿਕਰਮ ਸਿੰਘ ਲੜੇ, ਮੰਨਿਆ ਤਾਂ ਇਹੀ ਜਾਊ ਨਾ ਕਿ ਬਿਕਰਮ ਸਿੰਘ ਲੜ ਰਿਹਾ, ਚੋਣ ਉਹਨਾਂ ਦੀ ਵਾਈਫ ਹੈ। ਉਹਦਾ ਫਰਕ ਬਿਲਕੁਲ। ਤੇ ਕਹਿੰਦੇ ਕਾਂਗਰਸ ਦੇ ਵਿੱਚ ਹੁਣ ਸੋਨੀਆ ਗਾਂਧੀ ਫਿਰ ਸਰਗਰਮ ਹੋ ਗਈ ਹੈ ਜੀ ਪੰਜਾਬ ਨੂੰ ਲੈ ਕੇ।
ਬਿਲਕੁਲ ਆਪਾਂ ਪਹਿਲਾਂ ਦੀ ਆਫ ਦੀ ਏਅਰ ਗੱਲ ਕਰ ਚੁੱਕੇ ਹਾਂ। ਪਹਿਲਾਂ ਖਬਰਾਂ ਇਹ ਤਾਂ ਹੁੰਦੀਆਂ ਵੀ ਸੋਨੀਆ ਗਾਂਧੀ ਨੇ ਜਦੋਂ ਦੇਖਿਆ ਵੀ ਪੰਜਾਬ 'ਚ ਤਾਂ ਬੇੜਾ ਗਰਕ ਹੋ ਗਿਆ, ਕਾਂਗਰਸ ਪਾਟੋ ਧਾੜ ਹੋ ਗਈ, ਤੇ ਇਹ ਤੂੰ ਹੁਣ ਸੰਭਾਲੀਏ ਕਿਵੇਂ ਜੀ। ਇਹ ਗੱਲਾਂ ਵੀ ਮੀਡੀਆ ਦੇ ਕਿੱਸੇ ਦੇ ਵਿੱਚ ਆ ਚੁੱਕੀਆਂ ਕਿ ਪਿਛਲੇ ਦਿਨਾਂ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਬਿਮਾਰ ਹੋਇਆ, ਕਰੋਨਾ ਹੋ ਗਿਆ ਸੀ ਜੀ, ਉਦੋਂ ਕਹਿੰਦੇ ਸੋਨੀਆ ਗਾਂਧੀ ਨੇ ਟੈਲੀਫੋਨ ਕੀਤਾ। ਪਹਿਲਾ ਟੈਲੀਫੋਨ ਕੈਪਟਨ ਅਮਰਿੰਦਰ ਸਿੰਘ ਨੂੰ ਕੀਤਾ, ਕੀ ਗੱਲ ਜੀ ਅਮਰਿੰਦਰ ਜੀ ਤੁਹਾਨੂੰ ਕਰੋਨਾ ਹੋ ਗਿਆ? ਕਹਿੰਦਾ ਹਾਂ ਹੋ ਗਿਆ ਸੀ ਜੀ, ਮੈਂ ਠੀਕ ਹਾਂ। ਅੱਛਾ, ਇਹ ਕਿੱਥੋਂ ਪਤਾ ਲੱਗਿਆ? ਇਹ ਬੜੇ ਸੋਰਸਸ ਹੈਗੇ ਆ ਜੀ, ਇਹ ਤਾਂ ਹੈਗੇ ਸੋਰਸ ਹੈਗੇ, ਅੰਦਰਲੇ ਸੋਰਸਸ ਤੋਂ ਪਤਾ ਲੱਗਿਆ। ਜਦੋਂ ਉਹਨੇ ਕੋਈ ਬਹੁਤਾ ਗੱਲ ਨਾ ਕੀਤੀ, ਹੁੰਗਾਰਾ ਨਾ ਭਰਿਆ ਜੀ, ਫਿਰ ਕਹਿੰਦੇ ਵੀ ਪ੍ਰਨੀਤ ਕੌਰ ਨੂੰ ਫੋਨ ਕਰਦੇ ਆ ਮੈਡਮ ਸੋਨੀਆ ਗਾਂਧੀ, ਵੀ ਪ੍ਰਨੀਤ ਕੌਰ ਗੱਲ ਇਹ ਹੈ ਵੀ ਮੈਂ ਗੱਲ ਕੀਤੀ ਸੀ ਤੇ ਅਮਰਿੰਦਰ ਜੀ ਨੇ ਮੇਰੇ ਨਾਲ ਸਵਾਰ ਕੇ ਗੱਲ ਨਹੀਂ ਕੀਤੀ। ਪ੍ਰਨੀਤ ਕੌਰ ਤਾਂ ਤੁਹਾਨੂੰ ਪਤਾ ਹਾਲੇ ਵੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੈ। ਉਹ ਕਹਿੰਦੇ ਜੀ ਕਿਉਂ ਨਹੀਂ ਗੱਲ ਕੀਤੀ? ਗੱਲ ਕਰਨਗੇ, ਮੈਂ ਹੁਣੇ ਕਰਾ ਦਨੀ। ਉਹਨੇ ਫਿਰ ਕਿਹਾ ਜੀ ਗੱਲ ਕਰਨੀ ਪੈਣੀ ਹੈ, ਤੁਹਾਨੂੰ ਗੱਲ ਕਰੋ ਜੀ। ਚਲੋ ਗੱਲਾਂ ਬਾਤਾਂ ਹੋ ਗਈਆਂ, ਤੇ ਜਿਹੜੀ ਹੁਣ ਆ ਰਹੀ ਹੈ ਵੀ ਕਈ ਵਾਰੀ ਗਲਤੀਆਂ ਗੁਲਤੀਆਂ ਹੋ ਜਾਂਦੀਆਂ ਜੀ ਅਮਰਿੰਦਰ ਜੀ, ਆਓ ਆਪਾਂ ਸਿਟਿੰਗ ਤਾਂ ਕਰ ਲਈਏ, ਬੈਠੀਏ ਤਾਂ ਸਹੀ। ਉਹ ਕਹਿੰਦੇ ਉਹਨੇ ਕਹਿਤਾ, ਫੌਜੀ ਸਾਹਿਬ ਨੇ ਕਹਿਤਾ, ਕਹਿੰਦਾ ਵੀ ਨਹੀਂ ਮੈਂ ਤਾਂ ਇਲੈਕਸ਼ਨ ਚੁੱਲ ਜਾਵਾਂ ਜੀ, ਮੇਰੇ ਕੋਲ ਸਮਾਂ ਹੈ ਨਹੀਂ। ਇਹ ਤਾਂ ਤੁਸੀਂ ਜਾ ਹੀ ਆਏ ਹੋ ਚੰਡੀਗੜ੍ਹ, ਸਮਝਦਾ ਤੁਹਾਨੂੰ ਵੀ ਪਤਾ ਹੀ ਹੈ। ਉਹ ਹੋਇਆ ਗੱਲ। ਹੁਣ ਉਹਨਾਂ ਨੇ ਦੇਖਿਆ ਕਿ ਜਾ ਕਿੱਧਰ ਨੂੰ ਰਹੀ ਹੈ ਜੀ, ਕਿਉਂਕਿ ਪਾਵਰ ਸੈਂਟਰ ਇੱਕ ਨਹੀਂ ਹੈ, 4-5 ਪਾਵਰ ਸੈਂਟਰ ਹੈ। ਪਿਛਲੇ ਦਿਨਾਂ 'ਚ ਰਾਹੁਲ ਗਾਂਧੀ ਪੰਜਾਬ 'ਚ ਆਇਆ ਸੀ ਜੀ। ਪੰਜਾਬ ਦੇ ਵਿੱਚ ਜਦੋਂ ਉਹ ਆਇਆ ਤੇ ਆ ਕੇ ਬੱਸਾਂ ਭਰ ਕੇ ਕੈਂਡੀਡੇਟਸ ਦੀਆਂ ਉਹ ਦਰਬਾਰ ਸਾਹਿਬ 'ਚ ਵੀ ਪਹੁੰਚੇ। ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ ਇੱਜ਼ਤਮਾਨ ਵੀ ਚੰਗਾ ਹੋਇਆ ਜੀ। 2-2.5 ਘੰਟੇ ਲਾਏ, ਕੀਰਤਨ ਵੀ ਸੁਣਿਆ, ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਥੱਲੇ ਖੜ ਕੇ ਮੱਥਾ ਟੇਕਿਆ ਜੀ, ਲੰਗਰ ਵੀ ਛਕਿਆ ਬਹੁਤ ਸ਼ਰਧਾ ਦੇ ਨਾਲ, ਔਰ ਉਹਦਾ ਪ੍ਰਭਾਵ ਵੀ ਚੰਗਾ ਗਿਆ। ਫਿਰ ਉਹ ਤੋਂ ਬਾਅਦ ਜਲਿਆਂਵਾਲਾ ਬਾਗ ਵੀ ਜਾਂਦੇ ਹੈ, ਦੁਰਗਿਆਨਾ ਮੰਦਿਰ ਵੀ ਜਾਂਦੇ ਹੈ, ਔਰ ਉਹ ਆਪਣਾ ਜਿਹੜਾ ਹੈ ਕੀ ਹੈ ਰਮਦਾਸ ਹਾਂਜੀ ਮੰਦਿਰ ਵੀ ਜਾਂਦੇ ਹੈ। ਉੱਥੇ ਜਾ ਕੇ ਸਾਰਾ ਕੁਝ ਕਰਕੇ ਤੇ ਉਹ ਤੋਂ ਬਾਅਦ ਫਿਰ ਜਾਂਦੇ ਆ ਜਲੰਧਰ ਨੂੰ, ਜਿੱਥੇ ਉਹਨਾਂ ਨੇ ਵਰਚੁਅਲ ਇੱਕ ਰੈਲੀ ਨੂੰ ਐਡਰੈਸ ਕਰਨਾ ਸੀ ਜੀ। ਤੇ ਦੋਨੇ ਜਿਹੜੇ ਮੇਨ ਕੰਟੈਂਡਰ ਹੈ ਚੀਫ ਮਿਨਿਸਟਰਸ਼ਿਪ ਦੇ, ਉਹ ਨਾਲ ਜਾਂਦੇ ਹੈ, ਇੱਕੋ ਕਾਰ 'ਚ ਬਹਿੰਦੇ ਹੈ, ਸਿੱਧੂ ਸਾਹਿਬ ਵੀ ਤੇ ਚੰਨੀ ਸਾਹਿਬ ਵੀ ਜੀ। ਰਾਤ ਗੱਲਾਂ ਬਾਤਾਂ ਕਰਦੇ ਜਾਂਦੇ ਤੇ ਫਿਰ ਉੱਥੇ ਮੀਟਿੰਗ ਜਿਹੜੀ ਹੁੰਦੀ ਹੈ, ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ, ਸਿੱਧੂ ਸਾਹਿਬ ਨੇ ਕਹਿ ਦਿੱਤਾ ਜੀ ਗੱਲ 2 ਹੈ ਜੀ। ਇੱਕ ਤਾਂ ਇਹ ਹੈ ਕਿ ਮੈਨੂੰ ਦਰਸ਼ਨੀ ਘੋੜਾ ਨਾ ਬਣਾ ਕੇ ਰੱਖ ਦੇ, ਤਾਕਤ ਚਾਹੀਦੀ ਹੈ ਜੀ, ਏਜੰਡਾ ਜਿਹੜਾ ਲਾਗੂ ਕਰਨਾ ਉਹਦੇ ਵਾਸਤੇ ਤਾਕਤ ਚਾਹੀਦੀ ਹੈ। ਤੇ ਅਗਲੀ ਵਾਰੀ ਨਾਲ ਦੀ ਨਾਲ ਅਗਲੇ ਸਾਹ ਕਹਿੰਦਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿਓ, ਜਿਹਨੂੰ ਮਰਜ਼ੀ ਐਲਾਨ ਦਿਓ, ਅਸੀਂ ਹਾਈ ਕਮਾਂਡ ਦਾ ਮੰਨਾਂਗੇ। ਜੇ ਹਾਈ ਕਮਾਂਡ ਦਾ ਮੰਨਣਾ ਹੈ ਤੇ ਫਿਰ ਦਰਸ਼ਨੀ ਘੋੜਾ ਬਣਾਉਣ ਵਾਲੀ ਗੱਲ ਕਹਿਣ ਦੀ ਕੀ ਲੋੜ ਸੀ? ਬਿਲਕੁਲ। ਫਿਰ ਤਾਕਤ ਵਾਲੀ ਗੱਲ ਦੀ ਕੀ ਲੋੜ ਸੀ? ਫਿਰ ਇਹ ਕਹਿਣਾ ਕਿ ਜਿਹੜਾ ਜੀ ਇਹ ਵੀ ਕਹਿਤਾ ਸੀ ਕਿ ਉਹਨੂੰ ਬਣਾਓ ਜਿਹਦੇ ਕੋਲੇ ਕੋਈ ਵਿਜ਼ਨ ਹੈ, ਤੇ ਵਿਜ਼ਨ ਤਾਂ ਪੰਜਾਬ ਮਾਡਲ ਫਿਰ ਉਹ ਲੈ ਕੇ ਤੁਰੇ ਫਿਰਦੇ ਜੀ। ਲੇਕਿਨ ਪੰਜਾਬ ਮਾਡਲ ਨੂੰ ਨਾਲ ਦੀ ਨਾਲ ਹੀ ਰੱਦ ਕਰ ਦਿੱਤਾ। ਤੁਸੀਂ ਦੇਖਿਆ ਹੋਣਾ ਰਾਣਾ ਗੁਰਜੀਤ ਸਿੰਘ ਦੀ ਇੱਕ ਇੰਟਰਵਿਊ, ਉਹਦਾ ਕਿਹੜਾ ਪੰਜਾਬ ਮਾਡਲ? ਪੰਜਾਬ ਮਾਡਲ ਕੀ ਹੁੰਦਾ? ਕਾਂਗਰਸ ਪਾਰਟੀ ਦਾ ਮੈਨੀਫੈਸਟੋ ਬਣਨਾ ਬਣੀ ਜਾਂਦਾ, ਉਹਦੇ ਵਿੱਚ ਆਊਗਾ ਸਾਰਾ ਕੁਝ। ਉਹ ਤੋਂ ਪਹਿਲਾਂ ਹੀ ਤੁਸੀਂ ਮਤਲਬ ਜਿਹੜਾ ਹੈਗਾ ਵੀ ਆਪਦਾ ਮਾਡਲ ਲੈ ਕੇ ਤੁਰ ਪਏ। ਪੰਜਾਬ ਮਾਡਲ ਨਹੀਂ, ਕਾਂਗਰਸ ਮਾਡਲ ਹੋ ਸਕਦਾ ਇਹੋ ਜਿਹਾ। ਚਲੋ ਉਹਨੇ ਗੱਲਾਂ ਬਾਤਾਂ ਕੀਤੀਆਂ। ਹੁਣ ਰਾਹੁਲ ਗਾਂਧੀ ਨੇ ਉੱਥੇ ਐਲਾਨ ਕਰਤਾ ਸੀ, ਜਦੋਂ ਚੰਨੀ ਸਾਹਿਬ ਨੇ ਕਹਿਤਾ ਜੀ ਅਸੀਂ ਦੋਨੇ ਇਕੱਠੇ ਆ, ਜੱਫੀ ਪਾ ਕੇ ਮਿਲੇ ਵੀ ਆ ਲਓ ਜੀ ਅਸੀਂ ਇਕੱਠੇ ਆ, ਕੋਈ ਗੱਲ ਹੀ ਨਹੀਂ ਹੈਗੀ, ਤੇ ਤੁਸੀਂ ਐਲਾਨ ਕਰੋ। ਉਹਨੇ ਕਹਿੰਦਾ ਜੀ ਅਸੀਂ ਫੀਡਬੈਕ ਲਵਾਂਗੇ ਵਰਕਰਾਂ ਤੋਂ ਤੇ ਐਲਾਨ ਕਰਾਂਗੇ। ਤੇ ਦਾਨੇਵਾਲ ਸਾਹਿਬ ਹੁਣ ਵਰਕਰਾਂ ਤੋਂ ਦੇਖੋ ਫੀਡਬੈਕ ਕਿਹੋ ਜਿਹੀ ਲੈਂਦੀ ਹੈ। ਮੈਨੂੰ ਨਹੀਂ ਪਤਾ ਵੀ ਤੁਹਾਨੂੰ ਫੋਨ ਆਇਆ ਕਿ ਨਹੀਂ ਆਇਆ, ਕੱਲ ਮੈਨੂੰ ਤਾਂ ਆ ਗਿਆ। ਅੱਛਾ ਜੀ। ਮੈਨੂੰ ਫੋਨ ਆਇਆ, ਇੱਕ ਲੜਕੀ ਬੋਲਦੀ ਹੈ, ਸਤਿ ਸ੍ਰੀ ਅਕਾਲ ਜੀ, ਮੈਂ ਚੰਡੀਗੜ੍ਹ ਤੋਂ ਬੋਲਦੀ ਹਾਂ, ਤੁਸੀਂ ਇਹ ਦੱਸੋ ਜੀ ਵੀ ਮੁੱਖ ਮੰਤਰੀ ਕੌਣ ਹੋਊਗਾ? ਤੇ ਮੈਨੂੰ 3-4 ਨਾਂ ਦਿੱਤੇ ਵੀ ਜਦੋਂ ਇੱਕ ਬੀਪ ਵੱਜ ਗਈ, ਜੇ ਤੁਸੀਂ ਇਹਨੂੰ ਚਾਹੁੰਦੇ ਤਾਂ 1 ਦਬਾ ਦਿਓ, ਤੇ ਫਿਰ ਤੁਸੀਂ 2 ਦੱਬ ਦਿਓ, 3 ਦੱਬ ਦਿਓ, 4। ਮਗਰ ਮੈਨੂੰ ਤਾਂ ਲੋੜ ਹੀ ਨਹੀਂ ਸੀ ਦੱਬਣ ਦਵਾਉਣ ਦੀ, ਤੇ ਮੁੜ ਕੇ ਉਹਨੇ ਥੈਂਕ ਯੂ ਕਹਿਤਾ। ਇਹ ਉਹਨਾਂ ਨੇ ਕਹਿੰਦੇ ਜੀ ਲੈਣਾ ਸ਼ੁਰੂ ਕਰਤੀ, ਲੋਕਾਂ ਤੋਂ ਫੀਡਬੈਕ ਲੈਣੀ ਸ਼ੁਰੂ ਕਰਤੀ। ਹੁਣ ਫੀਡਬੈਕ ਵਾਲਾ ਕੰਮ ਕਹਿੰਦੇ ਬੀਬੀ ਸੋਨੀਆ ਗਾਂਧੀ ਨੇ ਆਪ ਸੰਭਾਲ ਲਿਆ। ਕਹਿੰਦੀ ਮੈਂ ਗੱਲ ਕਰਦੀ ਹਾਂ ਸਾਰਿਆਂ ਨਾਲ, ਕਿੱਥੋਂ ਕੀ ਗੱਲ ਹੁੰਦੀ ਹੈ। ਉਹ ਲੋਕਾਂ ਤੋਂ ਇਕੱਠੇ ਵੀ ਕਰੀ ਜਾਂਦੇ। ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਵੀ ਜਿਹੜੀਆਂ IT ਟੀਮਾਂ ਜੀ IT ਟੀਮਾਂ ਕੁਛ ਦੀ ਕੁਛ ਕਰ ਦਿੰਦੀਆਂ, ਉਹਦੇ ਤੋਂ ਕਹਿੰਦੇ ਕੀ ਹੈ। ਹੁਣ ਤੱਕ ਜਿਹੜੀ ਗੱਲ ਆਈ ਹੈ, ਵੈਸੇ ਤਾਂ ਗੱਲ ਇਹ ਕਹਿੰਦੇ ਆ ਵੀ ਸ਼ਾਇਦ ਇੱਧਰ ਉੱਧਰ ਕਰਕੇ ਤੇ ਨਵਜੋਤ ਸਿੰਘ ਸਿੱਧੂ ਨੂੰ ਡਿਕਲੇਅਰ ਕਰ ਦੇਣ। ਅੱਛਾ ਜੀ। ਕਿ ਜੀ ਲੋਕਾਂ ਨੇ ਰਾਏ ਉਹਦੇ 'ਚ ਦੇਤੀ, ਪਰ ਜਿਹੜੀਆਂ ਅੰਦਰੋਂ ਕੁਰਸੂਆਂ ਆ ਰਹੀਆਂ, ਅਖਬਾਰਾਂ 'ਚ ਖਬਰਾਂ ਛਪੀਆਂ ਅੰਦਰਲੇ ਸੂਤਰਾਂ ਨਾਲ, ਉਹ ਕਹਿੰਦੇ ਜੀ ਹੁਣ ਤੱਕ ਜਿਹੜਾ ਹੈਗਾ ਨਾ, ਜਿਹੜਾ ਮੂਹਰੇ ਹੈ ਸਭ ਤੋਂ, ਉਹ ਚਰਨਜੀਤ ਸਿੰਘ ਚੰਨੀ ਹੈ ਜੀ। ਤੇ ਚੰਨੀ ਤੋਂ ਬਾਅਦ ਕਹਿੰਦੇ ਨਾ ਜਾਖੜ ਸਾਹਿਬ ਦਾ ਵੀ ਆਉਂਦਾ, ਪਰ ਜਾਖੜ ਸਾਹਿਬ ਦਾ ਤਾਂ ਪਹਿਲਾਂ ਬਣੀ ਬਣਾਈ ਗੱਲ ਖਰਾਬ ਹੋ ਗਈ, ਉਹਨਾਂ ਨੂੰ ਕਿਹਨੇ ਲਾਉਣਾ? ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨਾ, ਉਹਨਾਂ ਦਾ ਵੀ ਆਉਂਦਾ। ਤੇ ਸੁਖਜਿੰਦਰ ਸਿੰਘ ਰੰਧਾਵਾ ਤਾਂ ਗੱਲ ਕਹਿ ਵੀ ਚੁੱਕੇ ਕਿ ਯਾਰ ਮੈਂ ਬਣ ਗਿਆ ਸੀ, ਮੈਨੂੰ ਤਾਂ ਕਹਿ ਵੀ ਦਿੱਤਾ ਸੀ ਹਾਈ ਕਮਾਂਡ ਨੇ ਵੀ ਤੈਨੂੰ ਮੁੱਖ ਮੰਤਰੀ ਬਣਾ ਰਹੇ ਹੈ, ਪਰ ਉਹ ਕਹਿੰਦਾ ਮੇਰੀ ਤਾਂ ਆਖਰੀ ਸਮੇਂ 'ਚ ਮੇਰੀ ਖੇਡ ਖਰਾਬ ਹੋ ਗਈ। ਤੇ ਆਪਾਂ ਨੂੰ ਪਤਾ ਵੀ ਖੇਡ ਖਰਾਬ ਵੀ ਸਿੱਧੂ ਸਾਹਿਬ ਨੇ ਕਰਵਾਈ ਸੀ। ਇਹਦੇ ਨਾਲ ਹੀ ਨਵੀਆਂ ਗੱਲਾਂ ਆ ਗਈਆਂ ਜੀ ਕੁਝ। ਹੁਣ ਸੋਨੀਆ ਗਾਂਧੀ ਨੇ ਡਿਕਲੇਅਰ ਕਰਨਾ ਹੈ ਕਿ ਉਹ ਚੰਨੀ ਨੂੰ ਕਰਨਗੇ। ਇੱਕ ਖਬਰ ਹੋਰ ਆ ਗਈ,
ਜੀ ਕਿ ਕੱਲ ਪੰਜਾਬ ਦੇ ਗਵਰਨਰ ਸਾਹਿਬ ਨੇ ਜੀ ਇੱਕ ਹੁਕਮ ਜਾਰੀ ਕਰਤਾ DGP ਪੰਜਾਬ ਦੇ ਨਾਂ ਤੇ ਹੂੰ ਕਿ ਜਿਹੜੀ ਉਹ ਮਾਈਨਿੰਗ ਵਾਲਾ ਮਾਮਲਾ ਸੀ ਜੀ ਜਿਹਦੇ ਵਿੱਚੋਂ ਫੜਿਆ ਗਿਆ ਆਪਣਾ ਭੁਪਿੰਦਰ ਸਣੀ ਹੂੰ ਚੰਨੀ ਸਾਹਿਬ ਦੀ ਸਾਲੀ ਦਾ ਮੁੰਡਾ, ਜੀ ਜੀ ਉਹਦੇ ਸੰਬੰਧ ਵਿੱਚ ਜਿਹੜੀ ਹੈ ਕੰਪਲੇਂਟ ਦੇ ਕੇ ਆਏ ਸੀ ਆਮ ਆਦਮੀ ਪਾਰਟੀ ਵਾਲੇ। ਅੱਛਾ ਜੀ। ਰਾਘਵ ਚੱਡਾ ਦੀ ਅਗਵਾਈ 'ਚ ਸਾਰੇ ਇਕੱਠੇ ਹੋ ਕੇ ਗਏ ਸੀ। ਹੂੰ ਉਹਨਾਂ ਨੇ ਕਿਹਾ ਜੀ ਇਹਦੀ ਪੜਤਾਲ ਕਰੋ। ਅੱਛਾ ਜੀ। ਇਹਦੇ ਵਿੱਚ ਤਾਂ ਚੰਨੀ ਸਾਹਿਬ ਦੀ ਇਨਵੋਲਵਮੈਂਟ ਹੈ ਔਰ ਉਹ ਨਾਲ ਕਹਿੰਦੇ ਹੈ ਕਿ ਅਸੀਂ ਆਪ ਮੌਕੇ ਦੇ ਉੱਤੇ ਜਾ ਕੇ ਉੱਥੇ ਨਜਾਇਜ਼ ਮਾਈਨਿੰਗ ਹੁੰਦੀ ਦੇਖੀ ਹੈ ਔਰ ਸਾਡੇ ਜਾਣ ਤੋਂ ਬਾਅਦ ਚੰਨੀ ਸਾਹਿਬ ਵੀ ਉੱਥੇ ਜਾ ਕੇ ਆਏ। ਉਹ ਉੱਥੇ ਜਾ ਕੇ ਆਏ ਤੇ ਇਹ ਤੇ ਤੋਂ ਹੈ ਵੀ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਹੈ ਇਹਦੀ ਪੜਤਾਲ ਕਰਵਾਈ ਜਾਵੇ ਜੀ। ਤੇ DGP ਨੂੰ ਹੁਕਮ ਦਿੱਤਾ ਗਵਰਨਰ ਨੇ ਜੀ ਇਹਦੀ ਇਮੀਡੀਏਟ ਪੜਤਾਲ ਕਰਕੇ ਤੇ ਰਿਪੋਰਟ ਪੇਸ਼ ਕਰੋ। ਇਹਦੇ ਤੇ ਜਾਖੜ ਸਾਹਿਬ ਨੇ ਵੀ ਸਵਾਲ ਉਹੀ ਚੱਕ ਲਿਆ ਜਿਹੜਾ ਸੁਪਰੀਮ ਕੋਰਟ ਨੇ ਚੱਕਿਆ ਸੀ ਜੀ। ਟਾਈਮਿੰਗ ਕਿ ਟਾਈਮ ਕਿਹੜਾ ਜੀ? ਇਹ ਉਹ ਟਾਈਮ ਹੈ ਜਦੋਂ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ ਕੰਪੇਨ ਕਰ ਰਹੇ ਹੈ ਤੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬੇਨਤੀ ਕੀਤੀ ਹੈ ਜਾਖੜ ਸਾਹਿਬ ਨੇ ਵੀ ਕਿਰਪਾ ਕਰਕੇ ਇਹਦੇ ਤੇ ਬੈਨ ਲਾਓ ਜੀ, ਇਸ ਹੁਕਮ ਦੇ ਉੱਤੇ ਰੋਕ ਲਾਓ ਜਿਹੜਾ DGP ਨੇ ਕੀਤਾ ਹੈ। ਹੁਣ ਇੱਕ ਪਾਸੇ DGP ਇਸ ਕਿਸਮ ਦੇ ਹੁਕਮ ਜਾਰੀ ਕਰਦਾ ਹੈ ਜੀ, ਦੂਜੇ ਪਾਸੇ ਚੰਨੀ ਸਾਹਿਬ ਦਾ ਹੁਣ ਨਾਂ ਜੇ ਅੱਗੇ ਕਰਦੀ ਹੈ ਕਾਂਗਰਸ ਪਾਰਟੀ ਫਿਰ ਸਥਿਤੀ ਉਹਨਾਂ ਦੀ ਕੀ ਹੋਊਗੀ? ਇਹਦੇ ਨਾਲ ਹੀ ਅਗਲੀ ਗੱਲ, ਜੇ ਚੰਨੀ ਸਾਹਿਬ ਨੂੰ ਇਗਨੋਰ ਕਰਦੇ ਹੈ ਤਾਂ ਜਿਹੜਾ ਹੈਗਾ ਸਾਡਾ ਦਲਿਤ ਭਾਈਚਾਰਾ ਸਭ ਤੋਂ ਜ਼ਿਆਦਾ ਉਹਦੀ ਸਟਰੈਂਥ ਪੰਜਾਬ 'ਚ ਹੈ। 32-35% ਹੈ ਜੀ ਔਰ 32-35% ਨੂੰ ਜਦੋਂ ਪਹਿਲਾਂ ਤਾਂ ਹੁਲਾਰਾ ਜਿਹਾ ਮਿਲਿਆ ਕਿ ਜੀ ਉਹ ਤਾਂ ਨਾਲ ਹੀ ਹੈ, ਉਹ ਤਾਂ ਚੰਨੀ ਕਾਂਗਰਸ ਪਾਰਟੀ ਦੇ ਨਾਲ ਆ ਗਏ ਚੰਨੀ ਸਾਹਿਬ ਦਾ ਕਰਕੇ ਤੇ ਉਹ ਜਦੋਂ ਹੁਲਾਰਾ ਮਿਲ ਚੁੱਕਿਆ ਇੱਕ ਵਾਰੀ ਤੇ ਦੂਜੀ ਗੱਲ ਆ ਗਈ ਜੀ ਉਹ ਤਾਂ ਹੁਣ ਉਹਨਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਨਤੀਜਾ ਕੀ ਹੋਊਗਾ? ਫਿਰ ਉਹ ਸਾਰੇ ਉਲਟ ਹੋਣਗੇ। ਇਹ ਕਾਂਗਰਸ ਪਾਰਟੀ ਦੇ ਮੂੰਹ 'ਚ ਕੋਟ ਕਿਰਲੀ ਆ ਗਈ ਜੀ ਕਿ ਕਿਹਨੂੰ ਰੱਖੇ ਤੇ ਕਿਹਨੂੰ ਛੱਡੇ। ਇਹਦੇ ਤੇ ਇਸ ਕਰਕੇ ਹੈ ਕਿ ਮੇਰੇ ਖਿਆਲ ਸੋਨੀਆ ਗਾਂਧੀ ਨੂੰ ਇਹ ਅਹਿਸਾਸ ਹੋ ਗਿਆ ਕਿ ਮੇਰੇ ਬੇਟੇ ਦੀ ਜਿਹੜੀ ਟੀਮ ਹੈ ਜੀ ਜਾਂ ਜਿਹੜੀ ਬੇਟੀ ਦੀ ਟੀਮ ਹੈ ਉਹਦੇ ਵਿੱਚ ਇੰਨੀ ਸਮਰੱਥਾ ਤੇ ਇੰਨੀ ਕਾਬਲੀਅਤ ਨਹੀਂ ਕਿ ਪੰਜਾਬ ਵਰਗੀ ਜਿਹੜੀ ਬਾਰਡਰ ਸਟੇਟ ਹੈ ਉਹਦੇ ਜਥੇਬੰਦਕ ਮਾਮਲਿਆਂ ਨੂੰ ਉਹ ਨਜਿੱਠ ਸਕੇ ਜੀ। ਇਹੀ ਕਾਰਨ ਹੈ ਕਿ ਸੋਨੀਆ ਗਾਂਧੀ ਨੇ ਹੁਣ ਕਮਾਂਡ ਆਪਦੇ ਹੱਥ ਵਿੱਚ ਲਈ ਹੈ ਪੰਜਾਬ ਦਾ, ਮਤਲਬ ਉਹਨੇ ਮਾਮਲਾ ਸਾਰਾ ਆਪਦੇ ਹੱਥ ਲੈ ਲਿਆ ਕਿ ਕਿਸੇ ਨਾ ਕਿਸੇ ਤਰੀਕੇ ਜਿੰਨਾ ਕੁ ਨੁਕਸਾਨ ਹੋ ਗਿਆ ਉਹ ਹੋ ਗਿਆ, ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾਵੇ। ਇਹ ਮੰਨਣਾ ਵੀ ਪਊਗਾ ਆਪਾਂ ਨੂੰ ਕਿ ਸੋਨੀਆ ਗਾਂਧੀ ਦੇ ਵਿੱਚ ਭਾਵੇਂ ਠੀਕ ਹੈ ਬਜ਼ੁਰਗ ਹੈ, ਬਿਮਾਰ ਵੀ ਹੈ, ਲੇਕਿਨ परिस्थितियां ਨੂੰ ਸਮਝਣ ਦੀ ਜੀ ਉਹਦੇ ਵਿੱਚ ਸਮਰੱਥਾ ਹੈਗੀ ਹੈ। ਉਹ ਵੇਖਦੀ ਹੈ ਕਿ ਹਾਲਾਤ ਕਿੱਧਰ ਨੂੰ ਜਾਂਦੇ ਤੇ ਹੁਣ ਕੀ ਕਰਨਾ ਲੋੜ ਗਈ ਜੀ, ਉਹਦੇ ਮੁਤਾਬਕ ਉਹ ਹੁਣ ਜਿਹੜੀ ਇਹ ਕਰ ਰਹੀ ਹੈ ਵਿਚਾਰੀ ਹਿੰਮਤ ਜਵਾਕਾਂ ਦਾ ਖਰਾਬ। ਚਲੋ ਸਰ ਜੋ ਗੱਲ ਚੱਲਦੀ ਹੈ ਚੰਨੀ ਦਾ ਭਦੌੜ ਤੋਂ ਲੜਨ ਦਾ ਕੀ ਕਾਰਨ ਗਿਣਦੇ ਤੁਸੀਂ? ਅੱਜ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਹੋਈ ਹੈ, ਸ਼ਾਇਦ ਤੁਸੀਂ ਦੇਖ ਲਈ ਹੋਵੇ ਜੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਸੌਖਾ ਨਹੀਂ ਚੰਨੀ ਜੀ ਨੂੰ ਚਮਕੌਰ ਸਾਹਿਬ ਤੋਂ ਜਿੱਤਣਾ। ਅੱਛਾ ਜੀ। ਬਹੁਤ ਵੱਡੀ ਫਾਈਟ ਹੈ। ਪਹਿਲੀ ਗੱਲ ਤਾਂ ਮੁਕਾਬਲਾ ਡਾਕਟਰ ਚਰਨਜੀਤ ਸਿੰਘ ਚੰਨੀ ਨਾਲ ਹੀ ਹੈ, ਜਿਹੜਾ ਆਮ ਆਦਮੀ ਪਾਰਟੀ ਦਾ ਵੀ ਚਰਨਜੀਤ ਸਿੰਘ ਚੰਨੀ ਆ ਗਿਆ। ਅੱਛਾ, ਇਹ ਵੀ ਭੁਲੇਖਾ ਪੈ ਜੂ ਹੁਣ, ਇਹ ਵੀ ਭੁਲੇਖਾ ਪੈ ਜੀ। ਦੂਜੀ ਗੱਲ ਉੱਥੇ ਜਿਹੜਾ ਨਾ ਇੱਕ ਬਹੁਤ ਮਜ਼ਬੂਤ ਕੈਂਡੀਡੇਟ ਆ ਗਿਆ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਸਾਂਝਾ, ਕਿਉਂਕਿ ਚਮਕੌਰ ਸਾਹਿਬ ਦੀ ਸੀਟ ਬਹੁਜਨ ਸਮਾਜ ਪਾਰਟੀ ਦੇ ਖਾਤੇ ਚਲੀ ਗਈ। ਉਹਦਾ ਨਾਂ ਹੈਗਾ ਜੀ ਹਰਮੋਹਨ ਸਿੰਘ ਸੰਧੂ ਜੀ। ਮੇਰਾ ਖਿਆਲ ਇਹੀ ਹੈ, ਇਹ ਉਹੀ ਬੀਬੀ ਦਾ ਮੇਰੇ ਖਿਆਲ ਮੁੰਡਾ ਕੁੜੀ ਨਾਲ ਜਿਹੜੀ ਪਹਿਲਾਂ ਸੀਗੀ। ਇਹ ਹਰਮੋਹਨ ਸਿੰਘ ਜਿਹੜੇ ਹੈਗੇ ਜਿਹੜੇ ਸੰਧੂ ਸਾਹਿਬ, ਇਹ ਸੰਧੂ ਸਾਹਿਬ ਹੈ, ਇਹ ਸੰਧੂ ਸਾਹਿਬ ਪੁਲਿਸ ਦੇ ਵਿੱਚ SP ਹੁੰਦੇ ਸੀ। ਉਹੀ ਮੇਰੇ ਖਿਆਲ ਰਿਸ਼ਤੇਦਾਰੀ ਹੈ, ਬੇਟਾ ਜਾਂ ਕੀ ਹੈ? ਬੇਟਾ ਉਹਨਾਂ ਦਾ ਬੇਟਾ ਹੈ ਸੰਧੂ ਫੈਮਿਲੀ ਦਾ। ਜੋੜੀ ਪਹਿਲਾਂ ਮੇਰਾ ਖਿਆਲ ਸਤਵੰਤ ਕੌਰ ਦਾ, ਹਾਂ, ਉਹ ਉੱਥੇ ਇਹ ਇਲੈਕਸ਼ਨ ਲੜਦੇ ਰਹੇ ਹੈ। ਉਹਨਾਂ ਦਾ ਮਤਲਬ ਬੇਟਾ ਹੈ ਤੇ ਉਹਦੀ ਮਾਂ ਵੀ ਉੱਥੋਂ ਕਈ ਵਾਰੀ ਚੁਣੀ ਗਈ ਹੈ, ਬਾਪ ਵੀ ਚੁਣੇ ਗਏ ਹੈ। ਵੈਸੇ ਵੀ ਜੇ ਆਪਾਂ ਦੇਖੀਏ ਤਾਂ ਉੱਥੇ ਬਚਿੱਤਰ ਸਿੰਘ ਹੋਣੀ ਅਕਾਲੀ ਦਲ ਵੱਲੋਂ ਵੀ ਇੱਕ ਵਾਰੀ ਬਣ ਗਏ ਸੀ। ਤੇ ਅਗਲੀ ਗੱਲ, ਉੱਥੇ ਜਗਮੋਹਨ ਸਿੰਘ ਕੰਗ ਦਾ ਵੀ ਨਾਂ ਕੱਟਿਆ ਗਿਆ ਜੀ ਜੀ। ਜਗਮੋਹਨ ਸਿੰਘ ਕੰਗ ਦਾ ਵੀ ਉਸ ਇਲਾਕੇ ਦੇ ਵਿੱਚ ਅਸਰ ਹੈ ਤੇ ਅੱਜ ਜਗਮੋਹਨ ਸਿੰਘ ਕੰਗ ਦਾ ਪਤਾ ਲੱਗਿਆ ਜੀ, ਕਹਿੰਦੇ ਆਮ ਆਦਮੀ ਪਾਰਟੀ ਜੁਆਇਨ ਕਰਕੇ। ਹਾਂ ਬਈ ਹੱਥ ਖੜੇ ਕਰੀ ਬੈਠਾ ਸੀ। ਹਾਂ, ਇਸ ਕਰਕੇ ਜਿਹੜੀ ਹੈਗੀ ਕਹਿੰਦੇ ਹਾਲਤ ਉੱਥੇ ਮਾੜੀ ਹੈ। ਰਹੀ ਗੱਲ ਦੂਜੀ, ਪਹਿਲਾਂ ਚੰਨੀ ਸਾਹਿਬ ਦਾ 2 ਸੀਟਾਂ ਤੋਂ ਲੜਨ ਦੀ ਗੱਲ ਪਹਿਲਾਂ ਵੀ ਆ ਰਹੀ ਸੀ। ਉਦੋਂ ਕਹਿੰਦੇ ਸੀ ਕਿ ਸ਼ਾਇਦ ਆਦਮਪੁਰ ਤੋਂ ਲੜਾ ਦਿੱਤਾ ਜਾਵੇ। ਹਾਂਜੀ, ਉਹ ਬੜੀ ਚਰਚਾ ਸੀਗੀ ਆਦਮਪੁਰ ਤੋਂ। ਉਹਦਾ ਕਾਰਨ ਵੀ ਇਹ ਸੀਗਾ ਨਾ ਕਿ ਉਹ ਜਿਹੜੀ ਹੁਣ ਤੁਸੀਂ ਦੇਖੋ ਨਾ, ਸਾਡੀ ਜਿਹੜੀ ਦਲਿਤ ਪਾਪੂਲੇਸ਼ਨ ਹੈ ਇਹ 2-3 ਕਿਸਮ ਦੀ ਹੈ। ਜੇ ਅਸੀਂ ਦੇਖੀਏ ਮਾਝੇ 'ਚ ਤੇ ਮਾਲਵੇ 'ਚ ਜੀ, ਇਧਰ ਜਿਹੜਾ ਭਾਈਚਾਰਾ ਹੈ ਇਹ ਭਾਈਚਾਰਾ ਦਲਿਤ ਭਾਈਚਾਰੇ ਦੇ ਵਿੱਚ ਇੱਕ ਵਿਸ਼ੇਸ਼ ਕੈਟੇਗਰੀ ਹੈ ਜੀ। ਮੈਨੂੰ ਵੈਸੇ ਆਪਾਂ ਨਾਂ ਨਹੀਂ ਲੈ ਸਕਦੇ, ਕਾਨੂੰਨੀ ਬੰਦਿਸ਼ਾਂ ਹੁੰਦੀਆਂ ਕੁਛ। ਜਿਹੜਾ ਦੁਆਬੇ ਦੇ ਵਿੱਚ ਭਾਈਚਾਰਾ ਹੋਰ ਹੈ ਉਹ ਵੀ ਦਲਿਤ, ਲੇਕਿਨ ਦਲਿਤਾਂ ਦੇ ਵਿੱਚ ਵੀ ਸਬ ਕਾਸਟ ਹੈ। ਚੰਨੀ ਸਾਹਿਬ ਦੀ ਜਿਹੜੀ ਸਬ ਕਾਸਟ ਹੈਗੀ, ਉਹ ਸਬ ਕਾਸਟ ਜਿਹੜੀ ਹੈਗੀ ਹੈ ਉਹ ਦੁਆਬੇ 'ਚ ਹੈ। ਜਦੋਂ ਇਹ ਗੱਲ ਕਰਦੇ ਸੀ ਕਿ ਇਹਨਾਂ ਨੂੰ ਆਦਮਪੁਰ ਤੋਂ ਲੜਾ ਦਿੱਤਾ ਜਾਵੇ,
ਉਦੋਂ ਇਹ ਸੀ ਕਿ ਉਹ ਸਾਰੀ ਚੀਜ਼ ਨੂੰ ਪ੍ਰਭਾਵਿਤ ਕਰਨਗੇ। ਗੱਲਾਂ ਇਹ ਵੀ ਆ ਰਹੀਆਂ ਸੀ ਕਿ ਇਹਨਾਂ ਦੇ ਨਾਲ ਇੱਕ ਵੱਡਾ ਅਫਸਰ ਤਾਇਨਾਤ ਹੈ ਜੀ, ਉਸ ਅਫਸਰ ਦੀ ਵੀ ਨਿਗਾਹ ਸੀ ਬੰਗੇ ਤੇ, ਬੰਗਿਆਂ ਤੇ, ਹਾਂਜੀ ਉਹ ਵੀ ਬੰਗੇ ਤੇ ਸੀ, ਉਹ ਸਾਰਾ ਕੁਝ ਸੀ ਉੱਥੇ, ਉਹਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਬਣਦੀ ਸੀ, ਲੇਕਿਨ ਉੱਥੇ ਟਿਕਟ ਕਿਸੇ ਨੂੰ ਹੋਰ ਮਿਲ ਗਈ। ਹੁਣ ਭਦੌੜ ਤੇ ਆ ਗਈ ਹੈ ਜੀ ਗੱਲ ਜੀ, ਭਦੌੜ ਤੇ ਆ ਗਈ। ਭਦੌੜ ਨੂੰ ਇਹਨਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਗੜ੍ਹ ਹੈ ਇਹ ਇਲਾਕਾ, ਅੱਛਾ ਜੀ, ਤੇ ਜੇ ਚੀਫ ਮਿਨਿਸਟਰ ਇਥੋਂ ਇਲੈਕਸ਼ਨ ਲੜਦਾ ਹੈ ਤਾਂ ਉਹਦਾ ਆਲੇ ਦੁਆਲੇ ਦੀਆਂ ਸੀਟਾਂ ਤੇ ਅਸਰ ਪਊਗਾ। ਇਹ ਮੰਨਣਾ ਹੈ, ਇਹ ਮੰਨਣਾ ਕਾਂਗਰਸ ਹਾਈ ਕਮਾਂਡ ਦਾ, ਬਿਲਕੁਲ ਇਸ ਕਰਕੇ। ਪਰ ਭਦੌੜ ਸੀਟ ਇਹੋ ਜਿਹੀ ਹੈ ਕਿ ਭਦੌੜ ਸੀਟ ਦੇ ਉੱਤੇ ਆਪਾਂ ਦੇਖਿਆ ਵੀ ਕਈ ਵਾਰੀ ਬੜੇ ਇੱਥੇ ਉਲਟ ਫੁਲਟ ਬਹੁਤ ਕੁਝ ਹੋਇਆ, ਬੜਾ ਕੁਝ ਹੋਇਆ ਵਾ। ਇਹ ਭਦੌੜ ਸੀਟ ਵੀ ਇੱਕ ਇਤਿਹਾਸ ਹੀ ਰਚਦੀ ਰਹੀ ਹੈ। ਇਹ ਸਰਦਾਰ ਦਰਬਾਰਾ ਸਿੰਘ ਵੀ ਇੱਥੋਂ ਖੜੇ ਹੋਏ ਸੀ ਜੀ ਜੀ, ਠੀਕ ਹੈ ਨਾ। ਇਸ ਕਰਕੇ ਮਤਲਬ ਕੁਝ ਕਹਿ ਨਹੀਂ ਸਕਦੇ। ਹੁਣ ਮੰਨਿਆ ਉਹਨਾਂ ਨੇ, ਇਹ ਮੰਨ ਕੇ ਤੁਰਿਆ ਵੀ ਇੱਥੇ ਇਹ ਵੀ ਬੜੀ ਉਲਟ ਪੁਲਟ ਹੋ ਗਈ ਨਾ। ਕੇਵਲ ਸਿੰਘ ਨੂੰ ਉੱਥੋਂ ਛੱਡ ਕੇ ਪਵਨ ਕੁਮਾਰ ਬਾਂਸਲ ਦੇ ਮੁੰਡੇ ਨੂੰ ਟਿਕਟ ਦਿੱਤੀ, ਜਿਹੜੇ ਸਾਬਕਾ ਮੇਰੇ ਖਿਆਲ ਮੰਤਰੀ ਸੀ। ਹਾਂ, ਉਹਨਾਂ ਬਾਰੇ ਤਾਂ ਫਿਰ ਉਹ ਗੱਲ ਚੱਲਦੀ ਸੀ ਨਾ, ਕਹਿੰਦੇ ਵੀ ਜੇ ਤੁਸੀਂ ਠੀਕ ਤਰੀਕੇ ਨਾਲ ਕੰਮ ਕਰਨਾ ਹੋਵੇ ਤਾਂ ਭਾਣਜਾ ਨਾਲ ਜ਼ਰੂਰ ਚਾਹੀਦਾ ਇੱਕ। ਅੱਛਾ, ਭਾਣਜੇ ਵਾਲੀ ਗੱਲ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ ਵੀ ਉਹ ਰੇਲਵੇ ਬੋਰਡ ਦਾ ਕੋਈ ਚੇਅਰਮੈਨ ਲਾਉਣਾ ਸੀਗਾ ਜੀ ਜੀ, ਤੇ ਕਹਿੰਦੇ ਜੀ ਇੱਥੇ ਆਪਣਾ ਇੱਥੇ ਹੀ ਉਹਨਾਂ ਦੇ ਘਰ ਦੇ ਉੱਤੇ ਇੱਕ ਕਹਿੰਦੇ ਪਾਰਸਲ ਆ ਗਿਆ ਸੀ ਤੇ ਪਾਰਸਲ ਦੇ ਕਿਤੇ ਜਦੋਂ ਉਹਦੇ ਤੇ ਕੋਈ ਰੇਡ ਰੂਡ ਹੋ ਗਈ ਤੇ ਉਹਦੇ ਪਤਾ ਲੱਗਿਆ ਜੀ ਕਹਿੰਦੇ ਕਰੋੜਾਂ ਰੁਪਈਆ ਨਿਕਲਿਆ। ਪਹਿਲਾਂ ਕਹਿੰਦੇ ਉਹਨਾਂ ਕਾਇਆ ਸੀਗਾ ਤੇ ਦੂਜਾ ਕਹਿੰਦੇ ਫਿਰ ਚੇਅਰਮੈਨ ਲੱਗਣ ਤੋਂ ਬਾਅਦ ਇਹਨਾਂ ਸੀ ਸੀਬੀਆਈ ਨੇ ਕੇਸ ਵੀ ਬਣਾਇਆ ਸੀ। ਜੀ ਜੀ ਜੀ, ਉਹ ਅਸਤੀਫਾ ਵੀ ਦੇਣਾ ਪਿਆ। ਹਾਂ, ਅਸਤੀਫਾ ਵੀ ਦੇਣਾ ਪਿਆ ਸੀਗਾ। ਉਹ ਆਏ ਹੋਏ ਹੈ ਜੀ, ਉਹਨਾਂ ਦਾ ਬੇਟਾ ਹੈਗਾ ਮਨੀਸ਼ ਬਾਂਸਲ ਨੂੰ ਦਿੱਤੀ ਹੈ, ਕੇਵਲ ਸਿੰਘ ਢਿੱਲੋਂ ਦਿੱਤਾ ਜੀ ਜੀ। ਤੇ ਢਿੱਲੋਂ ਸਾਹਿਬ ਸਕੂਲਾਂ ਦੇ ਵਿੱਚ ਤਾਂ ਕਰੋਨਾ ਭੱਜਿਆ ਫਿਰਦਾ, ਹਾਂਜੀ ਹਾਂਜੀ, ਤੇ ਗਰੀਬਾਂ ਦੇ ਬੱਚੇ ਜਿਹੜੇ ਆ ਉਹ ਮੋਬਾਈਲ ਫੋਨਾਂ ਤੋਂ ਵਾਂਝੇ ਨੇ, ਨਹੀਂ, ਉਹ ਪੜ੍ਹ ਨਹੀਂ ਸਕਦੇ। ਚੋਣ ਰੈਲੀਆਂ ਦੀ ਗਿਣਤੀ ਦੇ ਉੱਤੇ ਇੱਕ ਕਹਿਤਾ ਵੀ ਇੰਨੇ ਇਕੱਠੇ ਕਰ ਲਿਆ ਕਰੋ, 19 ਸਕੂਲ ਦੀ ਸਟਰੈਂਥ ਨਹੀਂ ਹੁੰਦੀ, ਬਸ ਸਕੂਲ ਦੀ ਸਟਰੈਂਥ ਜਿੰਨਾ ਕਰਤਾ ਕੰਮ। ਅੱਛਾ ਜੀ, ਹੁਣ ਇਹਨਾਂ ਨੇ ਗੱਲ ਕਰ ਦਿੱਤੀ ਹੈ ਕਿ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾ ਜੀ, ਪੋਲੀਟੀਕਲ ਪਾਰਟੀਆਂ ਖਾਸ ਕਰਕੇ ਆਪੋਜੀਸ਼ਨ ਵਾਲੀਆਂ ਤਰਲੋ ਮੱਛੀ ਬੜਾ ਹੁੰਦੀਆਂ। ਅੱਛਾ ਜੀ, ਕਿਉਂਕਿ 5-5 ਸਾਲ 7-7 ਸਾਲ ਹੋ ਗਏ ਜਿਹੜੇ ਬਾਹਰ ਬੈਠੇ ਆ, ਉਹ ਕਹੇ ਵੀ ਛੇਤੀ ਸਾਨੂੰ ਰਾਜ ਭਾਗ ਮਿਲਣਾ ਚਾਹੀਦਾ ਜੀ। ਰਾਜ ਭਾਗ ਤਾਂ ਮਿਲੂਗਾ ਜੀ ਜੇ ਤੁਸੀਂ ਆਪਣਾ ਪ੍ਰਚਾਰ ਪ੍ਰਸਾਰ ਕਰ ਸਕੋਗੇ। ਵੈਸੇ ਗੱਲ ਵਧੀਆ ਕੀਤੀ ਸੀ ਚੋਣ ਕਮਿਸ਼ਨ ਨੇ ਕਿ ਡਿਜੀਟਲ ਸਿਸਟਮ ਦੇ ਰਾਹੀਂ ਤੁਸੀਂ ਪ੍ਰਚਾਰ ਕਰੋ, ਪ੍ਰਚਾਰ ਹੋ ਵੀ ਰਿਹਾ ਜੀ। ਵੈਸੇ ਆਪਾਂ ਗੱਲ ਦੇਖੀਏ ਤੇ ਇਹ ਪ੍ਰਚਾਰ ਸਸਤਾ ਵੀ ਪੈਂਦਾ, ਕੋਈ ਬਹੁਤਾ ਮਹਿੰਗਾ ਨਹੀਂ ਪੈਂਦਾ ਜੀ, ਕਿਉਂਕਿ ਅੱਗੇ 10-25-30 ਹਜ਼ਾਰ ਤੇ ਬੰਦਾ ਰੱਖ ਕੇ ਜੇ ਮਰਜ਼ੀ ਕੰਮ ਖਿੱਚੀ ਚੱਲੋ। ਅੱਗੇ ਤੁਸੀਂ ਦੇਖੋ ਦਾਨੇਵਾਲੀਆ ਸਾਹਿਬ ਜੇ 5-4 ਗੱਡੀਆਂ ਦੇ ਵਿੱਚ ਬੰਦੇ ਲੈ ਕੇ ਜਾਂਦੇ ਤੇ 20-30 ਹੋ ਜਾਂਦੇ ਤੇ ਉਹ 20-30 ਹੱਥ ਨੂੰ, ਬਾਕੀ ਗੱਲ ਤਾਂ ਛੱਡੋ, ਜਿਹੜੇ ਕੌੜੇ ਪਾਣੀ ਦੇ ਗਰਾਰੇ ਕਰਨੇ ਹੁੰਦੇ ਆ ਉਸੇ ਨਾਲ ਹੀ ਬਣ ਜਾਂਦਾ ਸੀ। ਹਾਂ, ਬਿਲਕੁਲ ਉਹਨੇ ਕ ਨਾਲ ਹੀ ਮਤਲਬ ਸਾਰਾ ਕੁਝ ਇੱਥੇ ਹੋ ਜਾਂਦਾ ਸੀ। ਪਰ ਉਹਨੇ ਕਹਿੰਦੇ ਜੀ ਰੈਲੀਆਂ ਤੋਂ ਬਗੈਰ ਸਾਡਾ ਸਰਦਾ ਨਹੀਂ, ਪ੍ਰੈਸ਼ਰ ਬਿਲਡ ਕੀਤਾ ਗਿਆ ਚੋਣ ਕਮਿਸ਼ਨ ਤੇ। ਇਹ ਵੀ ਗੱਲਾਂ ਆਈਆਂ ਜੀ ਵੀ ਰੂਲਿੰਗ ਪਾਰਟੀ ਕੋਲੇ ਤਾਂ 20 ਸਾਧਨ ਹੈ, ਉਹ ਤਾਂ ਸਰਕਾਰੀ ਫੰਕਸ਼ਨਾਂ ਦੇ ਨਾਂ ਥੱਲੇ ਐ ਕਰ ਲੈਂਦੇ। ਉਹਨਾਂ ਨੇ ਪਹਿਲਾਂ ਵੀ ਕੀਤਾ ਹੈ, ਉਹਨਾਂ ਦੇ ਕੋਲੇ ਇਸ਼ਤਿਹਾਰਬਾਜ਼ੀ ਵੀ ਹੈ, ਕਿਉਂਕਿ ਦੋਨੋਂ ਰੂਲਿੰਗ ਪਾਰਟੀਆਂ, ਆਮ ਆਦਮੀ ਪਾਰਟੀ ਵਾਲੇ ਵੀ ਰੂਲਿੰਗ ਪਾਰਟੀ ਹੈ ਜੀ। ਉਹ ਜਿਹੜੇ ਆਪਣਾ ਦਿੱਲੀ ਦਾ ਪੈਸਾ ਹੈ, ਦਿੱਲੀ ਦੀ ਇਸ਼ਤਿਹਾਰਬਾਜ਼ੀ ਵਾਸਤੇ, ਜਿਹੜਾ ਪਬਲਿਕ ਰਿਲੇਸ਼ਨ ਵਾਸਤੇ ਜਾਂ ਆਪਣਾ ਮੀਡੀਆ ਵਾਸਤੇ ਰੱਖਿਆ ਸੀ, ਇਹਦੇ ਵਾਸਤੇ ਪ੍ਰਾਪੇਗੰਡਾ ਵਾਸਤੇ, ਉਹ ਅਖਬਾਰਾਂ, ਪੰਜਾਬ ਦੇ ਅਖਬਾਰਾਂ 'ਚ ਵੀ ਇਸ਼ਤਿਹਾਰ ਲੱਗਦੇ ਰਹੇ ਤੇ ਪੰਜਾਬ ਵਾਲਿਆਂ ਨੇ ਵੀ ਇਸ਼ਤਿਹਾਰਾਂ ਵਾਲੀ ਧੁੱਕੀ ਕੱਢਤੀ। ਪਿਛਲੇ ਸਮੇਂ ਦੇ ਵਿੱਚ ਤਾਂ ਤੁਸੀਂ ਦੇਖੋ 36,000 36 ਨਹੀਂ ਮੁਲਾਜ਼ਮ ਪੱਕੇ ਹੋਏ, ਕਹਿੰਦੇ ਜੀ 36,000 ਕਰਤੇ। ਕਿਉਂ ਬਠਿੰਡੇ ਰੌਲਾ ਪਾਈ ਬੈਠਾ ਸੀ ਨਾ ਮੁੰਡਾ ਇੱਕ, ਵੇਖੀ ਉਹਨੇ ਵੀਡੀਓ ਤੁਸੀਂ? ਦੇਖੀ। ਉਹ ਕਹਿੰਦਾ ਕਰਤੇ, ਉਹ ਕਹਿੰਦਾ ਕਿੱਥੇ, ਮੈਂ ਤਾਂ ਆ ਤੁਰਿਆ ਫਿਰਦਾ, ਕਹਿੰਦਾ ਉਹ ਤਾਂ ਕਹਿੰਦੇ ਕਰਤੇ। ਉਹ ਤਾਂ ਮਨਪ੍ਰੀਤ ਨੇ ਵੀ ਕਹਿੰਦਾ ਸੀਗਾ, ਮੈਂ ਕਦੋਂ ਕਿਹਾ ਵੀ ਅੱਖਾਂ ਚੋਂ ਹੰਝੂ ਨਿਕਲਦੇ ਜਦੋਂ ਥਰਮਲ ਕੋਲ ਦੀ ਚੱਲਦੀ, ਕਹਿੰਦਾ ਵੀਡੀਓ ਹੈਗੀ, ਚਿਮਨੀਆਂ ਚ ਧੂਆਂ ਨਹੀਂ ਨਿਕਲਦਾ, ਚਿਮਨੀਆਂ ਚ ਧੂਆਂ ਕੱਢਾਂਗੇ, ਕਹਿੰਦਾ ਮੈਂ ਕਦੋਂ। ਉਹ ਤਾਂ ਸਗੋਂ ਇਹ ਵੀ ਕਹਿੰਦਾ ਵੀ ਬੰਦ ਕਰਨਾ ਜ਼ਰੂਰੀ ਸੀ, ਥਰਮਲ ਬੰਦ ਕਰਨਾ ਜ਼ਰੂਰੀ ਸੀ ਵਗੈਰਾ ਵਗੈਰਾ ਜੀ। ਹੁਣ ਲਓ ਜੀ ਇੰਨੀ ਕੁ ਉਹਨਾਂ ਨੇ ਕਰਤੀ ਹੈ। ਉਹ ਕਹਿੰਦੇ ਵੀ ਚਲੋ ਇਹ ਤੁਸੀਂ ਰੈਲੀਆਂ ਕਰ ਲਓ, ਪਰ ਉਹਦੇ ਤੇ ਸੀਮਤ ਜਿਹੜੀ ਹੈਗੀ ਆ ਇਜਾਜ਼ਤ ਹੈ ਕਿ 500 ਤੋਂ ਵੱਧ ਬੰਦਾ ਜਿਹੜਾ ਹੈਗਾ ਜੀ ਉਹ ਤਾਂ ਇਨਡੋਰ ਨਹੀਂ ਹੋਣਾ ਚਾਹੀਦਾ ਜੀ, ਜਿਵੇਂ ਆਪਾਂ ਮੈਰਿਜ ਪੈਲੇਸ ਵਗੈਰਾ। ਤੇ ਜਿਹੜਾ ਆਊਟਡੋਰ ਹੈ ਉਹ 1000 ਤੋਂ ਵੱਧ ਨਹੀਂ ਹੋਣਾ ਚਾਹੀਦਾ। ਠੀਕ ਹੈ। ਹੁਣ ਕਈ ਵਾਰੀ ਮਗਰ ਕੀ ਰਹਿ ਗਿਆ ਫਿਰ? ਹਾਂ, ਬਸ ਉਹ ਇਹੀ ਹੈ ਵੀ ਉਹ ਰਹਿਣਾ ਕੀ ਸੀਗਾ ਵੀ ਉਹਨਾਂ ਨੂੰ ਕਰੋਨਾ ਕੁਛ ਨਹੀਂ, ਤਾਂ ਵੋਟਾਂ ਵਾਲਿਆਂ ਨੂੰ ਨਹੀਂ ਕੁਛ ਕਰੋਨਾ ਕਹਿੰਦਾ। ਜਿਹੜੀ ਗੱਲ ਉਹਨਾਂ ਰੈਲੀਆਂ 'ਚ ਜਾਣਗੇ ਉਹਨਾਂ ਨੂੰ ਕਰੋਨਾ ਕੁਛ ਨਹੀਂ ਕਹਿੰਦਾ, ਪਰ ਜੇ ਸਕੂਲ ਜਾਊਗਾ ਉਹਨੂੰ ਹੋ ਜਾਊਗਾ। ਇਹ ਨਾਲ ਕੇ ਵੀ ਆ ਗਈ, ਕਹਿੰਦੇ ਜੀ ਜਿਹੜੀ ਕੱਲ ਰਿਪੋਰਟਾਂ ਲੱਗੀਆਂ ਨਾ, ਜਿਹੜੀ ਅਫਸਰਾਂ ਨਾਲ ਗੱਲਾਂ ਕੀਤੀਆਂ ਪੰਜਾਬ ਦੇ ਨਾਲ, ਕਹਿੰਦੇ ਜੀ ਕਰੋਨਾ ਹੈਗਾ ਤਾਂ ਹੈ, ਪਰ ਪਹਿਲਾਂ ਨਾ ਕਹਿੰਦੇ ਮਾਰਕੀਟ ਹੀ ਹੈ। ਅੱਛਾ, ਮਾਰਕੀਟ ਹੀ ਹੈ। ਤੇ ਕਹਿੰਦੇ ਪੋਜੀਸ਼ਨ ਵੀ ਕੁਛ ਇੰਪਰੂਵ ਹੁੰਦੀ ਹੈ ਤਾਂ ਫਿਰ ਸਕੂਲ ਵੀ ਖੋਲ ਦਿਓ। ਬੱਚਿਆਂ ਨਾਲ ਕੀ ਦੁਸ਼ਮਣੀ ਹੈ? ਜਿਹੜੇ ਗਰੀਬ ਬੱਚੇ ਹੈ ਜਿਨ੍ਹਾਂ ਦੇ ਕੋਲ ਸਮਾਰਟਫੋਨ ਹੈ ਨਹੀਂ, ਉਹਨਾਂ ਨਾਲ ਤੁਹਾਡੀ ਦੁਸ਼ਮਣੀ ਕੀ ਹੈ ਜੀ? ਉਹ ਤਾਂ ਵਿਚਾਰੇ ਫਿਰ ਆਪਣੇ ਸਕੂਲਾਂ 'ਚ ਜਾ ਕੇ ਪੜ੍ਹ ਲੈਣ ਨਾ। ਸੋ ਇਹ ਹੁਣ ਇਲੈਕਸ਼ਨ ਕਮਿਸ਼ਨ ਨੂੰ ਵੀ, ਉਹ ਵੀ ਕੌਣ ਆਖੇ ਰਾਣੀ ਗੱਟ ਭਾਈ ਪਾਵਰਫੁਲ ਹੈ, ਉਹਨਾਂ ਨੇ ਦੇਤੀ ਹੈ ਸੀਮਤ ਜੀ,
ਪਰ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਰਹਿਣੇ ਚਾਹੀਦੇ ਹੈ, ਪੰਜਾਬ ਦਾ ਭਵਿੱਖ ਰਹਿਣਾ ਚਾਹੀਦਾ। ਇਹ ਤਾਂ ਘੱਟੋ ਘੱਟ ਪੋਲੀਟੀਕਲ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ। ਸਗੋਂ ਚਾਹੀਦਾ ਤਾਂ ਇਹ ਹੈ ਵੀ ਜਿਹੜੇ ਵਿਦੇਸ਼ਾਂ ਨੂੰ ਤਾਂ ਵੀ ਬੰਦ ਹੀ ਕਰ ਦਿਓ। ਲੋੜ ਹੀ ਨਹੀਂ ਚਲੋ ਮੈਂ ਦੇਖੋ ਝਾਕੀਆਂ, ਮੈਂ ਹੁਣ ਗੱਲ ਕਰਦਾ, ਦੇਖੋ ਇੱਕ ਸਟੇਡੀਅਮ ਬਣਦਾ, ਕਿੰਨਾ ਪੈਸਾ ਲੱਗ ਕੇ ਉਹਦਾ ਤੁਸੀਂ ਟਰੈਕ ਤਿਆਰ ਕਰਦੇ ਹੋ। 26 ਜਨਵਰੀ 15 ਅਗਸਤ 2 ਆ ਜਾਂਦੇ 6 ਮਹੀਨਿਆਂ ਬਾਅਦ, ਤੇ ਟਰਾਲੀਆਂ ਚੜਾ ਦਿੰਦੇ ਆ ਉਹਦੇ, ਕੀ ਕਹਿੰਦੇ ਟਰੈਕ ਸਾਰਾ ਪੱਟ ਦਿੰਦੇ ਆ। ਹੁਣ ਜਦੋਂ ਝਾਕੀਆਂ ਲੰਘਣੀਆਂ ਸੀ ਉਦੋਂ ਟੈਲੀਵਿਜ਼ਨ ਨਹੀਂ ਹੁੰਦਾ ਸੀ, ਹੋਰ ਨਹੀਂ ਹੁੰਦਾ ਸੀ, ਲੋਕਾਂ ਦੇ ਚ ਸੁਨੇਹਾ ਦੇਣਾ ਹੁੰਦਾ ਸੀ। ਹੁਣ ਸੁਨੇਹਾ ਤੁਸੀਂ ਇਹਦੇ ਥਾਣੀ ਦਿਓ, ਰੈਲੀਆਂ ਵੀ ਤਾਂ ਹੀ ਕੀਤੀਆਂ ਜਾਂਦੀਆਂ। ਨਹੀਂ ਉਹ ਸੁਨੇਹੇ ਤਾਂ ਦੇ ਹੀ ਜਾਂਦੇ, ਜਦੋਂ ਰੋਜ਼ ਐਡੀਟੇ ਇਸ਼ਤਿਹਾਰ ਦੇ ਜਾਂਦੇ ਟੀਵੀ ਚੈਨਲਾਂ ਦੇ ਵਿੱਚ, ਥੋੜੀ ਇਸ਼ਤਿਹਾਰ ਬਣ ਜਾਂਦੀ ਰਹਿ ਕੀ ਝਾਕੀਆਂ ਦੀ ਕੀ ਲੋੜ ਹੈ? ਉਹ ਸਮੇਂ ਦੇ ਨਾਲ ਬਦਲੋ ਨਾ। ਇਹ ਤਾਂ ਨਹੀਂ ਬਾਬੇ ਆਦਮ ਵੇਲੇ ਦਾ ਵੀ 15 ਅਗਸਤ 1947 ਵਾਲੇ ਹੀ ਰੱਖਣੇ। ਬਿਲਕੁਲ ਦੁਨੀਆ ਬਦਲ ਕੇ ਕਿਤੇ ਦੀ ਕਿਤੇ, ਇੱਕ ਤਾਂ ਇੱਕ ਪਾਸੇ ਅਸੀਂ ਕਹਿੰਦੇ ਚੰਦ ਤੱਕ ਪਹੁੰਚ ਗਏ, ਮੰਗਲ ਤਾਰੇ ਤੱਕ ਪਹੁੰਚ ਗਏ, ਤੇ ਅਜੇ ਤੱਕ ਸਾਡੇ ਜਿਹੜੇ ਝਾਕੀਆਂ ਵਾਲਾ ਸਿਲਸਿਲਾ ਉੱਥੇ ਹੀ ਖੜਾ ਹੈ 47 ਤੱਕ ਹੀ। ਤੇ ਢਿੱਲੋਂ ਸਾਹਿਬ ਬਜਟ ਦੀਆਂ ਆ ਗਈਆਂ ਗੱਲਾਂ, ਕਹਿੰਦੇ ਵੀ ਦੇਸ਼ 'ਚ 60 ਲੱਖ ਨਵੀਆਂ ਨੌਕਰੀਆਂ ਦਾ ਪ੍ਰਬੰਧ ਹੋਊਗਾ। ਪਹਿਲਾਂ ਵੀ ਕੀਤਾ ਸੀ, 2 ਕਰੋੜ ਕੀਤੇ ਸੀ ਸਾਲ ਦੇ। ਅੱਛਾ ਜੀ, ਹੁਣ ਉਹ 60 ਲੱਖ ਤੇ ਆ ਗਏ। ਪਹਿਲਾਂ 2 ਕਰੋੜ ਸਾਲ ਦੇ ਸੀ, 14 ਚ ਕੀਤਾ ਸੀ, ਤੇ 5 ਸਾਲਾਂ ਦੇ ਵਿੱਚ 10 ਕਰੋੜ ਹੋਣੇ ਚਾਹੀਦੇ ਸੀ। ਅੱਛਾ ਜੀ, ਤੇ ਉਹ ਤਾਂ ਮੇਰਾ ਖਿਆਲ ਹੈ ਵੀ ਕੱਟ ਲੱਗੀ ਹੈ। ਐਲਾਨ ਕਰਨ ਨੂੰ ਕੀ ਹੈ ਤੇ 25000 ਕਿਲੋਮੀਟਰ ਦੇ ਹਾਈਵੇ ਕਹਿੰਦੇ ਅਗਲੇ ਸਾਲ ਚ ਤਿਆਰ ਹੋ ਜਾਣਗੇ। ਉਹ ਤਾਂ ਚਲੋ ਪੈਸੇ ਲੱਗਣ ਲੈਣੇ ਆ ਲੋਕਾਂ ਦੇ, ਲੋਕਾਂ ਤੋਂ ਇਕੱਠੇ ਕਰ ਰਹੇ, ਵੱਧ ਗੱਡੀ ਆਉਂਦੇ, ਉਹ ਤਾਂ ਟੋਲ ਪਲਾਜ਼ੇ ਦੇ ਪ੍ਰਾਈਵੇਟ ਕੰਪਨੀ, ਸਰਕਾਰ ਦਾ ਕੁਝ ਨਹੀਂ। ਬਿਲਕੁਲ 3 ਸਾਲ ਦੇ ਵਿੱਚ 100 ਨਵੀਆਂ ਰੇਲ ਗੱਡੀਆਂ ਜਿਹੜੀਆਂ ਸ਼ੁਰੂ ਕੀਤੀਆਂ, ਉਹ ਅਡਾਨੀ ਹੋ ਰਹੀ ਹੈਗੀ। ਬਸ ਫਿਰ ਥੋੜਾ ਕੀ ਹੈ, ਕਹਿੰਦਾ ਭਰਾਵਾ, ਉਹ ਜਿਵੇਂ ਕਹਿੰਦਾ ਨਾ, ਇੱਕੋ ਕਹਾਣੀ ਸੀ, ਕਹਿੰਦਾ ਭਰਾਵਾ ਖੀਰ ਖਾਣ ਨੂੰ ਬੜਾ ਜੀ ਕਰਦਾ ਹੈ। ਕਹਿੰਦਾ ਲੈਡੀ ਕਿੱਡੀ ਗੱਲ ਏ, ਕਹਿੰਦਾ ਕਿਵੇਂ, ਕਹਿੰਦਾ ਵਿੱਚ ਬਦਾਮ ਪਾਏ ਹੋਣ, ਘਿਓ ਆਏ ਹੋਵੇ। ਉਹ ਕਹਿੰਦਾ ਠੀਕ ਹੈ, ਤੇ ਕਹਿੰਦਾ ਕਰ ਲੈਨੇ ਇੰਤਜ਼ਾਮ। ਤੇ ਕਹਿੰਦਾ ਦੱਸ ਫਿਰ ਤੇਰੇ ਕੋਲੇ ਕੀ ਹੈ? ਕਹਿੰਦਾ ਮੇਰੇ ਕੋਲੇ ਤਾਂ ਉਂਗਲ ਹੈ, ਇਹਦੇ ਨਾਲ ਚੱਟ ਉਂਗਲਾ ਸਿਓ ਉਂਗਲ ਆ, ਇਹਦੇ ਨਾਲ ਖਾ ਲੂਗਾ, ਹੋਰ ਮੇਰੇ ਕੋਲੇ ਕੁਛ ਨਹੀਂ। ਨਹੀਂ ਸੋ ਕਹਾਣੀ ਹੈ ਵੀ ਇਨਕਮ ਟੈਕਸ ਸਲੈਬ ਦੇਖੋ ਵੀ ਉਹਦੇ ਚ ਕੁਛ ਹੈ ਕਿ ਨਹੀਂ, ਮੈਨੂੰ ਪਤਾ ਲੱਗਾ ਮੁਲਾਜ਼ਮਾਂ ਨੂੰ ਜਿਨ੍ਹਾਂ ਦੇ ਮੁਲਾਜ਼ਮ, ਕਿਉਂਕਿ ਸਭ ਤੋਂ ਵੱਧ ਜਿਹੜਾ ਇਨਕਮ ਟੈਕਸ ਹੈ ਉਹ ਮੁਲਾਜ਼ਮਾਂ ਵਾਲੇ ਪਾਸੇ ਹੋ ਜਾਂਦਾ ਹੈ, ਤਨਖਾਹਾਂ ਹੈ ਉਹਨਾਂ ਤੇ ਲੱਗਦਾ, ਉਹਨਾਂ ਨੂੰ ਕੋਈ ਰਿਲੀਫ ਹੈ ਕਿ ਨਹੀਂ ਹੈ? ਜੀ ਰਿਲੀਫ ਇਹਦੇ ਵਿੱਚ ਉਹ ਨਹੀਂ ਆਇਆ। ਸਸਤਾ ਮਹਿੰਗਾ ਦੱਸਿਆ, ਮੋਬਾਈਲ ਚਾਰਜਰ ਸਸਤੇ ਹੋ ਗਏ ਜੀ, ਖੇਤੀਬਾੜੀ ਦਾ ਸਾਜੋ ਸਮਾਨ, ਕੈਮਰਾ ਮੋਡਿਊਲ, ਸਟੀਲ, ਬਟਨ, ਜਿੱਪਰ, ਪੈਕੇਜਿੰਗ ਬਾਕਸ, ਕੱਪੜੇ, ਮੋਬਾਈਲ, ਜੁੱਤੀਆਂ, ਚੱਪਲਾਂ, ਗਹਿਣੇ ਤੇ ਘੜੀਆਂ, ਰਸਾਇਣਿਕ ਪਦਾਰਥ, ਹੀਰੇ ਤੇ ਕੀਮਤੀ ਪੱਥਰ, ਚਮੜੇ ਦੀਆਂ ਚੀਜ਼ਾਂ, ਵਿਦੇਸ਼ੀ ਮਸ਼ੀਨਾਂ ਤੇ ਇਲੈਕਟ੍ਰੋਨਿਕ ਸਮਾਨ। ਹੁਣ ਏਕਤਾ ਕਰਦਾ ਇਹ, ਤੇ ਵਿਦੇਸ਼ੀ ਛਤਰੀਆਂ ਮਹਿੰਗੀਆਂ ਕਰਤੀਆਂ। ਅੱਛਾ ਜੀ, ਹਾਂਜੀ, ਸ਼ਰਾਬ, ਰੂ ਮਹਿੰਗੀ ਕਰਤੀ। ਹੁਣ ਰੂ ਮਹਿੰਗੀ ਕਰਤੀ, ਕੱਪੜੇ ਸਸਤੇ ਕਰਤੇ। ਇਹ ਕਿੱਧਰ ਕੀ ਗੱਲ, ਇਹ ਕਿਵੇਂ ਹੋਊ? ਹਾਂਜੀ, ਖਾਣ ਵਾਲਾ ਤੇਲ ਮਹਿੰਗਾ ਕਰਤਾ, LED ਲਾਈਟਾਂ ਮਹਿੰਗੀਆਂ ਕਰਤੀਆਂ, ਤੇ ਨਕਲੀ ਗਹਿਣੇ ਮਹਿੰਗੇ ਕਰਤੇ। ਅਸਲੀ ਸਸਤੇ ਤੇ ਨਕਲੀ ਮਹਿੰਗੇ। ਹਾਂ, ਨਕਲੀ ਗਰੀਬਾਂ ਨੇ ਖਰੀਦਦੇ ਹੁੰਦੇ ਨਾ। ਹਾਂ ਵਾਹ ਚੀਜ਼ ਹੈ, ਫਿਰ ਤਾਂ ਬੜਾ ਪੋਜ਼ਿਟਿਵ ਬਣ ਜਾਂਦਾ। ਚਲੋ ਮਿਹਰਬਾਨੀ ਜੀ ਢਿੱਲੋਂ ਸਾਹਿਬ, ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ ਕੱਲ੍ਹ ਨੂੰ। ਜੇਕਰ ਤੁਸੀਂ ਵੀ ਕਿਸੇ ਪ੍ਰਕਾਰ ਦਾ ਫੀਡਬੈਕ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 9780141741 'ਤੇ। ਸੋ ਜੁੜੋ ਰੇਡੀਓ ਪੰਜਾਬ ਟੂਡੇ ਦੇ ਨਾਲ।